कोरोना वायरस कारण लोकां ते पई भारी मार, बड़ू साहिब ट्रस्ट ने नहीं मन्नी हार। डोनरस दे सहयोग नाल पढ़ाई रखी बरकरार। उन्हां ही सहयोगियां नाल लाइव करांगे मुलाकात। सो वॉच स्पेशल प्रोग्राम लाइव एवरी सैटरडे 7 to 8 PM PT only on चैनल पंजाबी। ਪ੍ਰੋਗਰਾਮ ਬੜੂ ਸਾਹਿਬ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ। ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਬੰਦੀ ਛੋੜ ਦਿਵਸ ਤੇ ਦੀਵਾਲੀ ਹੈ ਤੇ ਉਸ ਦੀਆਂ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਉਮੀਦ ਕਰਦੇ ਹਾਂ ਕਿ ਤੁਹਾਡੇ ਸਾਰਿਆਂ ਦੇ ਘਰ ਦੇ ਵਿੱਚ ਦੀਆ ਬਲਦਾ ਰਵੇ, ਖੁਸ਼ੀਆਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਸਾਰਿਆਂ ਦੇ ਘਰਾਂ ਦੇ ਵਿੱਚ ਜਗਮਗਾਉਂਦੀਆਂ ਰਹਿਣ, ਟਿਮਟਮਾਉਂਦੀਆਂ ਰਹਿਣ ਔਰ ਆਉਂਦੀਆਂ ਰਹਿਣ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਅਦਾਰੇ ਨੂੰ, ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਔਰ ਅਸੀਂ ਤੁਹਾਡੇ ਤੱਕ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਡਿਫਰੈਂਟ ਕੰਟੈਂਟ ਔਰ ਡਿਫਰੈਂਟ ਪ੍ਰੋਗਰਾਮਿੰਗ ਤੁਹਾਡੇ ਤੱਕ ਲੈ ਕੇ ਆ ਸਕੀਏ। ਸੋ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਸਾਰਿਆਂ ਨੂੰ ਜਿਹੜੇ ਵੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਔਰ ਗੱਲ ਅੱਜ ਦਿਨ ਵੀ ਬੜਾ ਸ਼ੁਭ ਹੈ ਔਰ ਗੱਲ ਵੀ ਜਿਹੜੀ ਹੈ ਉਹ ਸ਼ੁਭ ਹੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕੁਝ ਹਫ਼ਤੇ ਦੇ ਇਸ ਲੜੀਵਾਰ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਉਹਨਾਂ ਵੋਲੰਟੀਅਰਸ ਨੂੰ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਮਿਲਵਾਉਣੇ ਆ ਜਿਹੜੇ ਕਿ ਬੜੂ ਸਾਹਿਬ ਦੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ। ਕੁਝ ਐਸੇ ਫਾਊਂਡਰਸ ਵੀ ਨੇ, ਵੋਲੰਟੀਅਰਸ ਵੀ ਨੇ ਜਿਨ੍ਹਾਂ ਨੇ ਇਸ ਸੰਸਥਾ ਦਾ ਸਾਥ ਬੜੇ ਹੀ ਲੰਮੇ ਸਮੇਂ ਤੋਂ ਦਿੱਤਾ ਹੋਇਆ ਹੈ। ਆਪਣਾ ਟਾਈਮ, ਆਪਣੇ ਕੀਮਤੀ ਸਮੇਂ ਚੋਂ ਆਪਣਾ ਟਾਈਮ ਕੱਢਦੇ ਨੇ ਇਸ ਸੰਸਥਾ ਦੀ ਸੇਵਾ ਕਰਦੇ ਨੇ। ਪਰ ਗੱਲ ਹਮੇਸ਼ਾ ਆ ਕੇ ਇੱਥੇ ਸਾਨੂੰ ਦੇਖਣੀ ਚਾਹੀਦੀ ਹੈ ਕਿ ਆਫਟਰ ਆਲ ਸਾਡੀ ਜਿਹੜੀ ਕੌਮ ਹੈ, ਸਾਡੀ ਕਮਿਊਨਿਟੀ ਹੈ, ਇਹ ਇਹੋ ਜਿਹੇ ਜਿਹੜੇ ਕੰਮ ਨੇ ਉਹ ਕਰ ਸਕਦੀ ਹੈ ਜਿਸ ਦੇ ਵਿੱਚ ਭਾਵੇਂ ਉਹ ਐਜੂਕੇਸ਼ਨ ਦੀ ਗੱਲ ਹੋਵੇ, ਭਾਵੇਂ ਉਹ ਡਰੱਗ ਦੀ ਐਡਿਕਸ਼ਨ ਕੈਂਪਸ ਦੀ ਗੱਲ ਹੋਵੇ, ਚਾਹੇ ਚੈਰੀਟੇਬਲ ਹਸਪੀਟਲਸ ਦੀ ਗੱਲ ਹੋਵੇ, 올ਡ ਏਜ ਹੋਮਸ ਦੀ ਗੱਲ ਹੋਵੇ, ਨਰਸਿੰਗ ਦੀ ਗੱਲ ਹੋਵੇ ਜਾਂ ਫਿਰ ਯੂਨੀਵਰਸਿਟੀਜ਼ ਹੋਣ ਜਿਹੜੀਆਂ ਕਿ ਐਸੇ ਵਿਸ਼ਾਲ ਅਦਾਰੇ ਜਿਹੜੇ ਨੇ ਉਹ ਬਣਾਉਣੇ ਕੋਈ ਸੌਖੇ ਨਹੀਂ ਨੇ। ਪਰ ਇੱਕ ਸ਼ਖਸੀਅਤ ਜਿਸ ਨੇ ਇਸ ਦੀ ਵਿਜ਼ਨ ਨੂੰ ਪੂਰਾ ਕੀਤਾ ਔਰ ਐਗਜ਼ੀਕਿਊਸ਼ਨ ਦੇ ਵਿੱਚ ਪੂਰਾ ਇਹ ਕੰਮ ਜਿਹੜਾ ਉਹ ਕਰਕੇ ਦਿਖਾਇਆ, ਆਬਵੀਅਸਲੀ ਪੂਰੀ ਸੰਗਤ ਦੀ ਜਿਸ ਤਰ੍ਹਾਂ ਕਹਿੰਦੇ ਨੇ ਸਾਥ ਦੇ ਨਾਲ, ਉਹ ਹਨ ਬਾਬਾ ਇਕਬਾਲ ਸਿੰਘ ਜੀ, ਜਿਸ ਦੇ ਨਾਮ ਤੋਂ ਅਸੀਂ ਸਾਰੇ ਆਈ ਥਿੰਕ ਵਾਕਫ ਹਾਂ ਔਰ ਸਾਰੇ ਜਾਣਦੇ ਹਾਂ ਕਿ ਬਾਬਾ ਜੀ ਨੇ ਕਿਸ ਤਰ੍ਹਾਂ ਇਸ ਅਦਾਰੇ ਦੇ ਨਾਲ ਔਰ ਇਸ ਅਦਾਰੇ ਦੀ ਵਿਜ਼ਨ ਨੂੰ ਐਗਜ਼ੀਕਿਊਟ ਕੀਤਾ। ਹੁਣ ਗੱਲ ਇਹ ਹੈ ਕਿ ਬਾਬਾ ਜੀ ਨੇ ਤਾਂ ਆਪਣਾ ਇਹ ਕੰਮ ਕਰ ਦਿੱਤਾ, ਲੇਕਿਨ ਹੁਣ ਸਾਡਾ ਕੀ ਫਰਜ਼ ਬਣਦਾ ਹੈ? ਸਾਡਾ ਫਰਜ਼ ਇਹ ਬਣਦਾ ਹੈ ਕਿ ਕੀ ਅਸੀਂ ਇਸ ਅਦਾਰੇ ਨੂੰ, ਜਿਸਨੇ ਸਿਰਫ ਐਜੂਕੇਸ਼ਨ ਤੇ ਫੋਕਸ ਕਰਨ ਦੇ ਨਾਲ ਨਾਲ, ਜਿੱਥੇ ਅਸੀਂ ਹਰ ਵਾਰ ਦੱਸੀਦਾ ਹੈ ਤੁਹਾਨੂੰ ਔਰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ 70,000 ਬੱਚਾ ਇਸ ਵੇਲੇ 129 ਅਕਾਲ ਅਕੈਡਮੀਜ਼ ਦੇ ਵਿੱਚ ਪੜ੍ਹ ਰਿਹਾ, ਜਿਸ ਦੇ ਵਿੱਚੋਂ ਹਰ ਸਾਲ 4 ਤੋਂ 5,000 ਬੱਚਾ ਜਿਹੜਾ ਹੈ ਉਹ ਬਿਲਕੁਲ ਫ੍ਰੀ ਪੜ੍ਹਾਈ ਕਰਦਾ ਹੈ। ਔਰ ਇਸ ਤਰ੍ਹਾਂ ਤੁਸੀਂ ਇਮੇਜਿਨ ਕਰੋ ਕਿ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਨੇ ਜਿਹੜੇ ਕਿ ਐਜੂਕੇਸ਼ਨ ਦੇ ਬਾਰੇ, ਐਜੂਕੇਸ਼ਨ ਦਾ ਵੀ ਨਹੀਂ ਜਾਣਦੇ ਸੀਗੇ, ਅੱਜ ਉਹ ਐਟਲੀਸਟ ਆਪਣੀ ਜਿਹੜਾ ਰਾਈਟ ਹੈ ਉਹਨਾਂ ਦਾ ਐਜੂਕੇਸ਼ਨ ਦਾ, ਉਸ ਦੇ ਲਈ ਇਸ ਅਦਾਰੇ ਨੂੰ ਚੁਣ ਰਹੇ ਨੇ ਔਰ ਇਹ ਅਦਾਰਾ ਉਹਨਾਂ ਦੀ ਮਦਦ ਵੀ ਕਰ ਰਿਹਾ। ਸੋ ਅਸੀਂ ਇਹੀ ਚਾਹਾਂਗੇ ਕਿ ਤੁਸੀਂ ਸਾਰੇ ਜਣੇ ਜਿੰਨੇ ਵੀ ਵਿਊਅਰ ਸਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਦੇਖਦੇ ਹੋ, ਇਸ ਸੰਸਥਾ ਦੇ ਨਾਲ ਜੁੜਨ ਦੀ ਕੋਸ਼ਿਸ਼, ਇੱਕ ਵਾਰੀ ਜਾਣਨ ਦੀ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਤੁਹਾਡੇ ਦਸਵੰਧ ਦਾ ਜਿਹੜਾ ਫਾਇਦਾ ਹੈ ਉਹ ਪੂਰੇ ਮੈਂ ਕਹਿ ਸਕਦੀ ਹਾਂ ਕਿ ਇੱਕ ਛੋਟੇ ਬੱਚੇ ਤੋਂ ਲੈ ਕੇ ਉਸ ਤੋਂ ਬਾਅਦ ਉਹਦੀ ਪੂਰੀ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਮਦਦ ਕਰੇਗਾ, ਇਹ ਤੁਸੀਂ ਆਪ ਹੀ ਜਾਣੋਗੇ। ਇੱਕ ਬਾਕਮਾਲ ਜਿਹੜਾ ਮੈਂ ਕਹਿੰਦੀ ਹਾਂ ਇੱਕ ਸੈਟਅਪ, ਇੱਕ ਗਰਾਊਂਡ ਵਰਕ ਜਿਹੜਾ ਹੈ ਉਹ ਲੇ ਕੀਤਾ ਗਿਆ ਇਸ ਅਦਾਰੇ ਵੱਲੋਂ। ਪਿਛਲੀ ਵਾਰੀ ਅਸੀਂ ਤੁਹਾਨੂੰ ਦੱਸਿਆ ਕਿ ਇੰਡਾਊਮੈਂਟ ਪਲਾਨ ਵੀ ਸੈਟਅਪ ਹੈ, ਜਿਸ ਦੇ ਨਾਲ ਜਦੋਂ ਤੁਸੀਂ ਇੱਕ ਬੱਚੇ ਦੀ ਪੜ੍ਹਾਈ ਲਈ ਸਪਾਂਸਰਸ਼ਿਪ ਦਿੰਦੇ ਹੋ ਤਾਂ ਤੁਸੀਂ 14 ਸਾਲ ਦੇ ਲਈ ਇੱਕ ਬੱਚੇ ਦੇ ਲਈ ਤੁਸੀਂ ਪੜ੍ਹਾਈ ਕੀਤੀ, ਉਸ ਤੋਂ ਬਾਅਦ ਤੁਹਾਡੇ ਇੰਡਾਊਮੈਂਟ ਪਲਾਨ ਦੇ ਵਿੱਚੋਂ ਬੱਚੇ ਜਿਹੜੇ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੱਚੇ ਵੀ ਜਿਹੜੇ ਹੈ ਉਹ ਪੜ੍ਹੀ ਜਾਣਗੇ। ਸੋ ਇੱਕ ਟਾਈਮ ਜਿਹੜਾ ਬੂਟਾ ਕਹਿੰਦੇ ਨੇ ਬੀਜ ਪਾਇਆ ਔਰ ਫਿਰ ਜਿਹੜਾ ਬੂਟਾ ਬਣਿਆ ਔਰ ਉਸ ਤੋਂ ਬਾਅਦ ਬੂਟੇ ਦੇ ਉੱਤੇ ਫਲ ਫੁੱਲ ਜਿਹੜੇ ਨੇ ਉਹ ਲੱਗਦੇ ਹੀ ਜਾਣਗੇ ਔਰ ਤੁਸੀਂ ਦੇਖੋ ਕਿ ਇਹ ਪੇੜ ਕਿੰਨੇ ਕੁ ਲੋਕਾਂ ਨੂੰ ਛਾਂ ਦੇਵੇਗਾ ਆਪਣੀ ਐਜੂਕੇਸ਼ਨ ਦੇ ਨਾਲ, ਆਪਣੀ ਪੜ੍ਹਾਈ ਦੇ ਨਾਲ। ਔਰ ਹਰ ਵਾਰੀ ਇੱਕ ਗੱਲ ਮੈਂਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿ ਐਜੂਕੇਸ਼ਨ ਇੱਕ ਐਸਾ ਦੀਆ ਹੈ ਨਾ, ਜੇ ਇੱਕ
ਬੱਚੇ ਜਾਂ ਇੱਕ ਪਰਿਵਾਰ ਦੇ ਅੰਦਰ ਜੇ ਪੜ੍ਹਾਈ ਲਿਖਾਈ ਆ ਜਾਵੇ ਤਾਂ ਸ਼ਾਇਦ ਮੈਂ ਇਹ ਮੰਨਦੀ ਹਾਂ ਕਿ ਉਹਦੀ ਪੂਰੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਵੀ ਨੇ ਉਹ ਵੀ ਤਰ ਜਾਂਦੀਆਂ ਨੇ। ਫਿਰ ਉਸ ਨੂੰ ਲੋੜ ਨਹੀਂ ਹੁੰਦੀ ਕਿਸੇ ਦੇ ਉੱਤੇ ਡਿਪੈਂਡੈਂਟ ਹੋਣ ਦੀ। ਉਹ ਕੋਈ ਵੀ ਜੌਬ ਕਰ ਸਕਦੇ ਨੇ, ਉਹ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਿਸੇ ਵੀ ਤਰੀਕੇ ਨਾਲ ਬਣਾ ਸਕਦੇ ਨੇ। ਔਰ ਜ਼ਰੂਰੀ ਨਹੀਂ ਹੈ ਕਿ ਉਹ ਲੇਬਰ ਕਰਕੇ ਹੀ ਕੋਈ ਨਾ ਕੋਈ ਕੰਮ ਕਰੇ। ਸੋ ਬਹੁਤ ਜ਼ਰੂਰੀ ਹੈ ਕਿ ਔਰ ਉਸ ਤੋਂ ਉੱਪਰ ਦੀ ਜਿਹੜੀ ਅਸੀਂ ਗੱਲ ਇੱਥੇ ਹਮੇਸ਼ਾ ਕਰਦੇ ਹਾਂ ਕਿ ਖਾਸ ਔਰ ਨਾਯਾਬ ਗੱਲ ਕੀ ਹੈ ਇਸ ਅਦਾਰੇ ਦੀ। ਨਾਯਾਬ ਗੱਲ ਇਹ ਹੈ ਕਿ ਅਧਿਆਤਮਕ ਜਿਹੜੀ ਕਿ ਤੁਸੀਂ ਦੇਖਦੇ ਹੋ ਕਿ ਅਧਿਆਤਮਕ ਪੜ੍ਹਾਈ ਦੇ ਨਾਲ ਨਾਲ ਜਿਹੜੀ ਦੁਨਿਆਵੀ ਪੜ੍ਹਾਈ ਹੈ ਉਸ ਨੂੰ ਤਾਂ ਕੀਤਾ ਹੀ ਜਾ ਰਿਹਾ। ਬਟ every day there are total of 70,000 people ਜਿਹੜੇ ਕਿ ਪੰਜ ਬਾਣੀਆਂ ਦਾ ਪਾਠ ਕਰਕੇ ਉਸ ਤੋਂ ਬਾਅਦ ਜਿਹੜੀ ਹੈ ਉਹ ਆਪਣੀ ਦੁਨਿਆਵੀ ਐਜੂਕੇਸ਼ਨ ਲੈਂਦੇ ਨੇ। ਸੋ ਆਈ ਥਿੰਕ ਇਹ ਬਹੁਤ ਹੀ ਇਨਕ੍ਰੈਡੀਬਲ ਕੰਮ ਹੋ ਰਿਹਾ ਹੈ। ਔਰ ਸਾਨੂੰ ਐਜ਼ ਕੌਮ ਐਜ਼ ਮੈਂ ਕਹਿੰਦੀ ਹਾਂ ਕਿ ਐਜ਼ ਅ ਸੁਸਾਇਟੀ ਸਾਥ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਅਦਾਰਾ ਹੋਰ ਅੱਗੇ ਵੱਧ ਸਕੇ, ਹੋਰ ਇਹੋ ਜਿਹੇ ਬੱਚਿਆਂ ਦੀ ਜ਼ਿੰਦਗੀਆਂ ਦੇ ਵਿੱਚ ਫਰਕ ਲਿਆ ਸਕੇ ਜੋ ਕਿ ਅਸੀਂ ਸ਼ਾਇਦ ਡਾਇਰੈਕਟਲੀ ਨਹੀਂ ਕਰ ਪਾ ਰਹੇ। ਤੁਸੀਂ ਜਾਣੋਗੇ, ਤੁਸੀਂ ਦੱਸੋ ਮੈਨੂੰ ਕਿ ਕਿੰਨੇ ਕੁ ਲੋਕ ਨੇ ਜਿਹੜੇ ਕਿ ਇਹਨਾਂ ਕੋਈ ਸਪਾਂਸਰਸ਼ਿਪ ਜਾਂ ਕੋਈ ਡੋਨੇਸ਼ਨ ਜਾਂ ਕੋਈ ਚੈਰਿਟੀ ਕਰ ਪਾਉਂਦੇ ਨੇ ਜਿਸ ਦੇ ਨਾਲ ਕਿਸੇ ਦਾ ਕੋਈ ਫਾਇਦਾ ਹੋ ਸਕੇ। ਬਟ ਤੁਹਾਡੇ ਕੋਲ ਅੱਜ ਮੌਕਾ ਹੈ, ਅੱਜ ਟਾਈਮ ਹੈ, ਔਰ ਇਹ ਅਦਾਰਾ ਜਿਹੜਾ ਕਿ ਇਹ ਕੰਪਲੀਟਲੀ ਟਰਾਂਸਪੇਰੈਂਸੀ ਮੇਨਟੇਨ ਕਰਦੇ ਨੇ, ਉਹ ਅਦਾਰਾ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਆ ਆਪਣੇ ਚੈਨਲ ਤੇ। ਔਰ ਇਸ ਅਦਾਰੇ ਦੇ ਵੋਲੰਟੀਅਰਸ ਜਿਹੜੇ ਨੇ ਹਰ ਵਾਰ ਸਾਡੇ ਨਾਲ ਜੁੜਦੇ ਨੇ ਤੇ ਅੱਜ ਸਾਡੇ ਨਾਲ ਜੁੜ ਰਹੇ ਨੇ ਰਵਿੰਦਰਪਾਲ ਸਿੰਘ ਕੋਹਲੀ ਜੀ, ਜਿਹੜੇ ਕਿ ਸਾਨੂੰ ਇੰਡੀਆ ਤੋਂ ਜੁਆਇਨ ਕਰ ਰਹੇ ਨੇ। ਵੈਸੇ ਅੱਜ ਕੱਲ ਉਹ ਟੋਰਾਂਟੋ ਦੇ ਵਿੱਚ ਨੇ। ਔਰ ਹਰਪ੍ਰੀਤ ਸਿੰਘ ਧਾਲੀਵਾਲ ਹੋਣੀ ਜਿਹੜੇ ਕਿ ਸਾਨੂੰ ਕੈਲਗਰੀ ਤੋਂ ਜੁਆਇਨ ਕਰ ਰਹੇ ਨੇ। ਸੋ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਸੋ ਰਵਿੰਦਰਪਾਲ ਜੀ, ਵੈਰੀ ਵੈਰੀ ਵੈਲਕਮ ਅਗੇਨ, ਕਿਉਂਕਿ ਤੁਹਾਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਤੁਸੀਂ ਇਸ ਅਦਾਰੇ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਔਰ ਕਿੰਨੀ ਥੈਂਕ ਯੂ ਜੀ। ਐਕਟੀਵਿਟੀ ਤੁਸੀਂ ਇਸ ਅਦਾਰੇ ਦੇ ਨਾਲ ਕੀਤੀ ਹੈ। not only because this organization ਸਿਰਫ ਇੱਕ ਐਜੂਕੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਅਸੀਂ ਦੇਖਦੇ ਹਾਂ, ਜਿਹੜਾ ਇੰਨਾ ਵੱਡਾ ਵਿਸ਼ਾਲ ਅਦਾਰਾ ਅਕਾਲ ਯੂਨੀਵਰਸਿਟੀ ਜਿਹੜੀ ਬਣਾਈ ਗਈ ਤਲਵੰਡੀ ਸਾਬੋ ਦੇ ਵਿੱਚ ਗੁਰੂ ਕੀ ਕਾਸ਼ੀ, ਇੱਕ ਛੋਟਾ ਮਿਸ਼ਨ ਨਹੀਂ ਸੀਗਾ। ਆਈ ਥਿੰਕ ਬਹੁਤ ਸਾਰੇ ਲੋਕਾਂ ਨੇ ਇਸ ਦੇ ਵਿੱਚ ਕੰਟਰੀਬਿਊਟ ਕੀਤਾ, ਸੰਗਤ ਨੇ ਕੰਟਰੀਬਿਊਟ ਕੀਤਾ ਔਰ ਖਾਸ ਕਰ ਐਨਆਰਆਈਜ਼ ਨੇ ਕੰਟਰੀਬਿਊਟ ਕੀਤਾ। ਔਰ ਇਹ ਤੁਸੀਂ ਸਾਰੇ ਇਸ ਗੱਲ ਨੂੰ ਹਮੇਸ਼ਾ ਐਕਸੈਪਟ ਵੀ ਕਰਦੇ ਹੋ ਕਿ ਜੇ ਐਨਆਰਆਈਜ਼ ਦਾ ਸਾਥ ਨਾ ਹੁੰਦਾ ਤਾਂ ਗੁਰੂ ਕੀ ਕਾਸ਼ੀ ਅਕਾਲ ਯੂਨੀਵਰਸਿਟੀ ਜਿਹੜੀ ਹੈ ਉਹ ਕਦੇ ਵੀ ਐਸਟੈਬਲਿਸ਼ ਨਹੀਂ ਹੋ ਪਾਉਂਦੀ, ਜਿਸ ਤਰੀਕੇ ਦੀ ਵਿਜ਼ਨ ਜਿਹੜੀ ਸੀ ਉਹ ਬਣਾਈ ਗਈ। ਸੋ ਰੂਬੀ ਵੀਰ ਜੀ, ਆਈ ਥਿੰਕ ਤੁਹਾਡੇ ਤੋਂ ਜ਼ਿਆਦਾ ਇਸ ਬਾਰੇ ਕੋਈ ਨਹੀਂ ਦੱਸ ਸਕਦਾ। ਸੋ ਮੈਂ ਆਈ ਨੋ ਆਈ ਵਾਸ ਇਨਵੋਲਵਡ ਇਨ ਦਿਸ ਪ੍ਰੋਜੈਕਟ ਜਦੋਂ ਆਪਾਂ ਪਿਛਲੇ ਕਈ ਸਾਲਾਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕੀਤੇ ਸੀਗੇ ਔਰ ਗੁਰੂ ਕੀ ਕਾਸ਼ੀ ਦੀ ਜਿਹੜੀ ਆਪਾਂ ਚੈਰੀਟੇਬਲ ਜਦੋਂ ਸ਼ੁਰੂ ਕੀਤਾ ਸੀਗਾ ਪ੍ਰੋਸੈਸ, ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਸੀ। ਪਰ ਤੁਸੀਂ ਦੱਸੋ ਕਿ ਅੱਜ ਉਸ ਯੂਨੀਵਰਸਿਟੀ ਨੂੰ ਬਣੇ ਕਈ ਸਾਲ ਹੋ ਚੁੱਕੇ, ਜਿਹੜੇ ਬੱਚੇ ਨੇ ਉਸ ਯੂਨੀਵਰਸਿਟੀ ਦੇ ਵਿੱਚੋਂ ਨਿਕਲੇ ਨੇ ਔਰ ਕਾਫੀ ਅਚੀਵਮੈਂਟਸ ਜਿਹੜੀਆਂ ਨੇ ਉਹਨਾਂ ਨੇ ਹਾਸਲ ਕੀਤੀਆਂ ਨੇ। ਲੋਕਾਂ ਨੂੰ ਲੱਗਦਾ ਹੈ ਕਿ ਕਿਹੜੇ ਟੌਪਰਸ ਰਹੇ ਨੇ, ਉਹਨਾਂ ਨੇ ਕੀ ਕੀ ਕੀਤਾ ਹੈ, ਇਹਦੇ ਬਾਰੇ ਸਾਨੂੰ ਜ਼ਰੂਰ ਜਾਣਕਾਰੀ ਜੀ। ਥੈਂਕ ਯੂ ਸੁਮਨ ਜੀ। ਪਹਿਲੀ ਗੱਲ ਤਾਂ ਯੂਨੀਵਰਸਿਟੀਜ਼ ਦੇ ਜਿਹੜੇ ਰਿਪੋਰਟ ਕਾਰਡ ਹੁੰਦੇ ਨੇ ਜਾਂ ਇਵੋਲੂਸ਼ਨ ਪ੍ਰੋਸੈਸ ਅਸੀਂ ਮੈਪਿੰਗ ਕਰਦੇ ਹਾਂ, ਜਨਰਲੀ ਇਟ ਇਜ਼ ਇਨ ਡਿਕੇਡਸ। ਫਸਟ ਡਿਕੇਡ ਵਿੱਚ ਕੀ ਹੋਇਆ, ਪਹਿਲੇ 10 ਸਾਲਾਂ 'ਚ ਕੀ ਹੋਇਆ, ਅਗਲੇ 10 ਸਾਲਾਂ 'ਚ ਕੀ ਹੋਇਆ, ਤੇ ਜਾ ਕੇ 40-50 ਸਾਲਾਂ ਦੇ ਵਿੱਚ ਯੂਨੀਵਰਸਿਟੀਜ਼ ਦਾ ਇੱਕ ਇੰਪੈਕਟ ਅਸੈਸਮੈਂਟ ਕੀਤੀ ਜਾਂਦੀ ਹੈਗੀ ਕਿ ਜਿਸ ਤਰ੍ਹਾਂ ਹਾਰਵਰਡ ਹੈ, ਅੱਜ ਕਈ 100 ਸਾਲ ਪੁਰਾਣੀ ਯੂਨੀਵਰਸਿਟੀ ਹੈ, ਆਕਸਫੋਰਡ ਨੇ, ਕੈਂਬਰਿਜ ਹੈ, ਇਹਨਾਂ ਦੀ ਅਸੈਸਮੈਂਟਸ ਓਵਰ ਦਾ ਡਿਕੇਡਸ ਕੀਤੀ ਜਾਂਦੀ ਹੈ। 2015 ਦੇ ਵਿੱਚ ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਦਾ ਇਨੋਗ੍ਰੇਸ਼ਨ ਹੋਇਆ ਸੀ ਔਰ ਅੱਜ ਉਹ ਯੂਨੀਵਰਸਿਟੀ ਨੇ 5 ਸਾਲ ਕੰਪਲੀਟ ਕੀਤੇ ਨੇ। ਡਿਊਰਿੰਗ ਦਿਸ ਕੋਵਿਡ ਆਲਸੋ ਇਟ ਕੰਪਲੀਟਡ ਇਟਸ 5 years। ਪਹਿਲਾ ਬੈਚ ਪਾਸ ਆਊਟ ਹੋ ਗਿਆ ਹੈ ਐਂਡ ਫੋਰਚੂਨੇਟਲੀ ਅਗੇਨ ਅਸੀਂ ਤਾਂ ਇਹ ਕਹਾਂਗੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ਾਂ ਨੇ, ਉਹਨਾਂ ਦੇ ਹੀ ਬਚਨ ਪੂਰੇ ਕਰਨ ਲਈ ਯੂਨੀਵਰਸਿਟੀ ਤਿਆਰ ਕੀਤੀ ਗਈ ਸੀ। ਇਹ ਪ੍ਰਗਟ ਹਮਾਰੀ ਕਾਸ਼ੀ ਪੜ੍ਹੇਂਗੇ ਹਾਂ ਟੋਰ ਮਤਰਾਸੀ। 5 ਸਾਲਾਂ ਦੇ ਵਿੱਚ ਦਿਸ ਯੰਗ ਯੂਨੀਵਰਸਿਟੀ ਹੈਜ਼ ਕ੍ਰੀਏਟਡ ਐਨ ਇੰਪੈਕਟ
not only in Punjab but in complete North India. People have started noticing it. The reason मैं ਤੁਹਾਨੂੰ ਬੜੀ ਸਿੰਪਲ ਰੀਜ਼ਨਸ ਦੱਸ ਦਿੰਦਾ ਵਾਂ ਕਿ ਅੱਜ ਸਿਰਫ 5 ਸਾਲ ਦੀ ਯੂਨੀਵਰਸਿਟੀ ਹੈਗੀ ਹੈ, ਇੱਕ ਬੈਚ ਮਸਾਂ ਪਾਸ ਆਊਟ ਕਰਕੇ ਨਿਕਲਿਆ ਹੈਗਾ, ਐਂਡ ਵੀ ਹੈਵ more than 10 all India rank holders in CSIR, NET, JEST, GATE, NGPE, NBHM exams, which is a big thing because all India ranking ਦਾ ਮਤਲਬ ਹੁੰਦਾ ਹੈ you are competing against at least 1 million students. ਜਿੰਨੇ ਵੀ all India ranks ਹੁੰਦੇ ਨੇ, 1 million students ਦੇ ਵਿੱਚ 10 ਲੱਖ 12 ਲੱਖ 13 ਲੱਖ ਇਹੋ ਜਿਹੇ ਬੱਚਿਆਂ ਦੇ ਵਿੱਚੋਂ ਰੈਂਕਿੰਗ ਆਉਂਦੀ ਹੈਗੀ ਹੈ. ਫੋਰ ਐਗਜ਼ਾਮਪਲ ਆਈਲ ਗਿਵ ਯੂ ਐਨ ਐਗਜ਼ਾਮਪਲ, ਜਿਹੜੀ ਇਹ ਬੱਚੀ ਦੀ ਹੁਣ ਤੁਸੀਂ ਫੋਟੋਗ੍ਰਾਫ ਦੇਖ ਰਹੇ ਹੋ, ਸਿਮਰਜੀਤ ਕੌਰ, ਸ਼ੀ ਕਮਸ ਫਰਮ ਅ ਵੈਰੀ ਰੂਰਲ ਬੈਕਗਰਾਊਂਡ. ਆਲ ਇੰਡੀਆ ਰੈਂਕ NET ਦਾ 26, ਇਟਸ ਇਨ 2 digits, ਜੂਨ 2019 ਦੇ ਵਿੱਚ. ਅਗੇਨ GRF ਨੇ ਅਪੀਅਰ ਕੀਤਾ ਦਸੰਬਰ 2019 ਦੇ ਵਿੱਚ ਐਂਡ ਸ਼ੀ ਗਾਟ ਆਲ ਇੰਡੀਆ ਰੈਂਕ ਆਫ 24. ਉੱਥੇ ਵੀ ਉਹ ਮਤਲਬ ਰੁਕੀ ਨਹੀਂ. She again appeared for GATE in 2020 this year, and she cleared all India rank of 56, and she is a zoology honors students. मतलब ਕਹਿਣ ਦਾ ਮਤਲਬ ਹੈ ਕਿ ਇਹੋ ਜਿਹੇ ਬੱਚੇ ਇਸ ਯੂਨੀਵਰਸਿਟੀ ਨੇ ਬਾਕਮਾਲ ਕ੍ਰੀਏਟ ਕੀਤੇ ਨੇ. 2 USPs ਨੇ ਇਹਨਾਂ ਬੱਚਿਆਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ. ਪਹਿਲੀ USP ਇਹ ਹੈ ਕਿ all of them, I repeat and I underline it, all of them come from rural backgrounds. ਕੰਪਲੀਟ ਹਰਿਆਣਾ, ਪੰਜਾਬ, ਹਿਮਾਚਲ ਜਾਂ ਇਸ ਏਰੀਆਜ਼ ਦੇ ਰਾਜਸਥਾਨ ਦੇ ਬੱਚੇ ਹੈਗੇ ਨੇ, ਔਰ ਸਾਰੇ ਰੂਰਲ ਬੈਕਗਰਾਉਂਡ ਦੇ ਹੈਗੇ ਨੇ. ਇੱਕ ਅਜੀਬ ਚੀਜ਼, ਹੋਰ ਚੀਜ਼ ਤੁਸੀਂ ਨੋਟ ਕਰੋਗੇ ਕਿ ਕਰੀਬ ਰਫਲੀ 2/3, 65 to 70% of the students are the first collegiates in their family. Can you believe that, ਸੁਮਨ ਜੀ? ਮਤਲਬ ਆਪਣੇ ਪਰਿਵਾਰ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਪਹਿਲੇ ਕਾਲਜੀਏਟ ਹੈਗੇ ਨੇ, ਰਾਈਟ. ਸਕੂਲਿੰਗ ਤੇ ਭਾਵੇਂ ਕੀਤੀ ਹੋਈ ਸੀ, ਹਾਲਾਂਕਿ ਅਕਾਲ ਅਕੈਡਮੀਜ਼ ਦਾ ਜੋ ਸਾਡਾ ਅੱਜ ਤੋਂ 5 ਸਾਲ ਪਹਿਲੇ ਅਸੀਂ ਸਟੱਡੀ ਕੰਡਕਟ ਕੀਤੀ ਸੀ, ਵੀ ਰਿਅਲਾਈਜ਼ ਕਿ 70% ਆਫ ਦ ਸਟੂਡੈਂਟਸ ਕਮ ਫਰੋਮ, ਦੇ ਆਰ ਫਸਟ ਜਨਰੇਸ਼ਨ ਸਟੂਡੈਂਟਸ. ਆਪਣੇ ਫੈਮਿਲੀ ਦਾ ਪਹਿਲਾ ਬੱਚਾ ਜੋ ਜਾ ਰਿਹਾ ਸਕੂਲ ਦੇ ਵਿੱਚ, ਵਿਚ ਇਜ਼ ਐਨ ਅਗੇਨ ਅਮੇਜ਼ਿੰਗ ਥਿੰਗ. Now we will show you during this show the pictures of these toppers, and the amazing fact is I have selected only 55 toppers. 42 amongst them are girls. Imagine 42 out of 55 constitutes a huge percentage, and this is what in a small manner Akal University is contributing to the Vidya environment in Punjab. ਅੱਜ ਅਸੀਂ ਸਾਰਿਆਂ ਨੂੰ ਵਧਾਈ ਵੀ ਦਿੰਦੇ ਹੈਗੇ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਬੰਦੀ ਛੋੜ ਦਿਵਸ ਹੈਗਾ, ਦੀਵਾਲੀ ਮਨਾ ਰਹੇ ਲੋਕੀ, ਪਰ ਅੱਜ ਇਗਨੋਰੈਂਸ ਦੀ ਡਾਰਕਨੈਸ ਦੇ ਵਿੱਚ ਅਗਰ ਵੈਲਿਊ ਬੇਸਡ ਐਜੂਕੇਸ਼ਨ ਦਾ ਦੀਵਾ ਜਲਾਣਾ ਹੈ ਤਾਂ this is the only way. And I'm not saying we are the only ones. There might be more organizations, but yes, we believe that value-based education brought to the rural doorstep is the only way to repel this darkness. ਅਗਲਾ ਤੁਹਾਨੂੰ ਮੈਂ ਬੜੀ ਇੰਟਰਸਟਿੰਗ ਜੀ ਸਨਿਪਟ ਦਿੰਦਾ ਜਾਵਾਂਗਾ. Karan Jindal, you'll see the picture of Karan Jindal, again from a very rural family. All India rank 15 NET ਦੇ ਵਿੱਚ. Simarjit Kaur was 26, he is 15, and All India rank 31 in JRF exams. He's again a zoology honors student. Jaspreet Kaur, All India rank 19. These students have been improving upon the rank from time to time. Jaspreet Kaur, All India rank 59. Veerpal Kaur, All India rank 63. Kulvinder Singh, All India rank 90. ਸਭ 2 digits ਵਾਲੇ ਮੈਂ ਤੁਹਾਨੂੰ ਦੱਸ ਰਿਹਾ ਬਿਕੋਜ਼ ਵੀ ਬਿਲੀਵ ਕਿ ਜਿਹੜੀ ਪ੍ਰੀਮੀਅਮ ਕੈਟਾਗਰੀ ਹੁੰਦੀ ਹੈਗੀ ਹੈ ਉਹ ਟੌਪ 150 200 ਹੁੰਦੀ ਹੈ. Mani Gupta, All India rank 65. Yes. Arshdeep Kaur, All India rank 106. It means a big thing because All India ਦੇ ਵਿੱਚ ਤੁਸੀਂ compete ਕਰ ਰਹੇ ਹੋ ਸ਼ਹਿਰੀ ਬੱਚਿਆਂ ਨਾਲ, ਬੈਂਗਲੌਰ ਤੋਂ, ਮੁੰਬਈ ਤੋਂ, ਕੈਲਕਟਾ ਤੋਂ, ਦਿੱਲੀ ਤੋਂ, ਇਹੋ ਜਿਹੇ ਬੱਚਿਆਂ ਨਾਲ ਤੁਸੀਂ compete ਕਰ ਰਹੇ ਹੋ who have the best avenues and resources to get very good education and coaching. ਉਹਨਾਂ ਨਾਲ compete ਕਰ ਰਹੇ ਨੇ. ਸੁਖਵੀਰ ਸਿੰਘ NGPE ਦੇ ਅੰਦਰ ਸਟੇਟ ਦਾ ਟੌਪਰ ਰਿਹਾ ਪੰਜਾਬ ਦਾ. ਜਸਵੀਰ ਕੌਰ MBHM ਦੇ ਵਿੱਚ ਮੈਥਮੈਟਿਕਸ ਦੇ ਵਿੱਚ ਸ਼ੀ ਅਪੀਅਰਡ. ਗੇਟ ਦੇ ਵਿੱਚ ਸਾਡੇ ਬੜੀ ਅਮੇਜ਼ਿੰਗ ਚੀਜ਼ ਹੈ, ਮਤਲਬ ਇੱਥੋਂ ਵੈਸਟ ਕੋਸਟ ਤੋਂ ਸਾਡੇ ਕੋਲ ਇੱਕ ਸੱਜਣ, ਅਸੀਂ ਤਾਂ ਕਹਾਂਗੇ ਸਾਡੇ ਲਈ ਤੇ ਬਹੁਤ ਵੱਡੇ ਐਂਜਲ ਬਣ ਕੇ ਆਏ, ਸਰਦਾਰ ਕੁਲਵਿੰਦਰ ਸਿੰਘ. He came in the year 2018.
ਹੀ ਐਕਸਪ੍ਰੈਸ ਐਨ ਇੰਟਰਸਟ ਕਿ ਅਸੀਂ ਜ਼ਰੂਰ ਸਿਵਲ ਸਰਵਿਸਿਜ਼ ਲਈ ਕੋਚਿੰਗ ਦਾ ਕੋਈ ਨਾ ਕੋਈ ਅਰੇਂਜਮੈਂਟ ਕਰੀਏ। So we made a copy of what Super 30 in Bihar was being done, and we started training. We picked 30 students. ਵੈਸੇ ਤਾਂ ਕੰਪਲਸਰੀ ਕਰ ਦਿੱਤਾ ਸੀ ਸਾਰੇ ਬੱਚਿਆਂ ਲਈ ਅਕਾਲ ਯੂਨੀਵਰਸਿਟੀ ਦੇ ਵਿੱਚ ਕਿ ਸਿਵਲ ਸਰਵਿਸਿਜ਼ ਦੇ ਜਿਹੜੀ ਇੰਡਕਸ਼ਨ ਪ੍ਰੋਗਰਾਮ ਹੈ ਉਹਦੇ ਵਿੱਚ ਸਾਰੇ ਨੇ ਪਾਰਟਿਸਿਪੇਟ ਕਰਨਾ ਹੈ। ਆਊਟ ਆਫ ਦੈਟ ਵੀ ਫਿਲਟਰ ਐਂਡ ਵੀ ਕ੍ਰੀਏਟ ਅ ਬੈਚ ਆਫ 30 ਸਟੂਡੈਂਟਸ who appear for IAS, ਬੈਂਕ ਪ੍ਰੋਬੇਸ਼ਨਰੀ ਆਫਿਸਰਸ, CA, ਸੌਫਟ ਸਕਿੱਲਸ ਦੀ ਟ੍ਰੇਨਿੰਗ ਦਿੰਦੇ ਆ, ਸਕਿੱਲ ਡਿਵੈਲਪਮੈਂਟ ਦਿੰਦੇ ਆ। ਉਹਦੇ ਵਿੱਚ ਗੇੜ ਦੇ ਵਿੱਚ UGC ਦੇ ਵਿੱਚ ਆਲ ਇੰਡੀਆ ਰੈਂਕਸ ਬਹੁਤ ਸਾਰੇ ਬੱਚਿਆਂ ਨੇ ਅਚੀਵ ਕਰ ਲਿੱਤੇ ਨੇ ਆਲਰੇਡੀ, ਵਿਚ ਇਜ਼ ਅਮੇਜ਼ਿੰਗ ਬਿਕੋਜ਼ these are, if you look at the picture, these are all girls. ਰੂਬੀ ਵੀਰ ਜੀ ਮਾਫੀ ਚਾਹਾਂਗੀ, ਛੋਟੇ ਜਿਹੇ ਬ੍ਰੇਕ ਦਾ ਸਮਾਂ ਹੋ ਚੁੱਕਿਆ ਹੈ ਐਂਡ ਇਹ ਨਾਂ ਜਿਹੜੇ ਨੇ ਬਹੁਤ ਜ਼ਰੂਰੀ ਨੇ ਸਾਡੇ ਵਿਊਅਰਸ ਨੂੰ ਦੱਸਣੇ ਔਰ ਬਹੁਤ ਇੰਪੋਰਟੈਂਟ ਹੈ ਤਾਂ ਕਿ ਸਾਡੇ ਵਿਊਅਰਸ ਨੂੰ ਇਹ ਪਤਾ ਲੱਗੇ ਆਫਟਰ ਆਲ ਇਹ ਯੂਨੀਵਰਸਿਟੀ ਪ੍ਰੋਡਿਊਸ ਕਰਕੇ ਦੇ ਕੀ ਰਹੀ ਔਰ ਐਨੀ ਮਤਲਬ ਕਹਿ ਸਕਦੇ ਨੇਸੈਂਟ ਯੂਨੀਵਰਸਿਟੀ 5 ਸਾਲ ਹੋਏ ਨੇ ਇਸ ਯੂਨੀਵਰਸਿਟੀ ਨੂੰ। ਸੋ ਇਸ ਦੇ ਬਾਰੇ ਸਾਨੂੰ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਸਮਾਂ ਇੱਕ ਛੋਟੇ ਜਿਹੇ ਬ੍ਰੇਕ ਤੇ ਹੈ, ਬ੍ਰੇਕ ਤੋਂ ਬਾਅਦ ਫਿਰ ਆ ਕੇ ਉਹਨਾਂ ਬੱਚਿਆਂ ਦੇ ਨਾਂ ਜਾਣਦੇ ਆ ਜਿਹੜੇ ਕਿ ਇਸ ਅਕਾਲ ਯੂਨੀਵਰਸਿਟੀ ਨੇ ਕਹਿ ਸਕਦੇ ਆ ਕਿ ਪੈਦਾ ਕੀਤੇ। ਟੇਕ ਅ ਬ੍ਰੇਕ। कोरोना वायरस कारण लोकां ते पई भारी मार, बड़ू साहिब ट्रस्ट ने नहीं मन्नी हार। डोनरस दे सहयोग नाल पढ़ाई रखी बरकरार, उन्हां ही सहयोगियां नाल लाइव करांगे मुलाकात। सो वॉच स्पेशल प्रोग्राम लाइव एवरी सैटरडे 7 to 8 PM PT only on चैनल पंजाबी। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ, ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਬੜੂ ਸਾਹਿਬ ਸਪੈਸ਼ਲ ਔਰ ਜਿਸ ਦੇ ਵਿੱਚ ਸਾਡੇ ਨਾਲ ਰਵਿੰਦਰਪਾਲ ਸਿੰਘ ਕੋਹਲੀ ਤੇ ਹਰਪ੍ਰੀਤ ਸਿੰਘ ਧਾਲੀਵਾਲ ਜਿਹੜੇ ਨੇ ਉਹ ਜੁੜੇ ਹੋਏ ਨੇ। ਤੇ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਰਵਿੰਦਰਪਾਲ ਜੀ ਦੱਸ ਰਹੇ ਸੀ ਕਿਸ ਤਰ੍ਹਾਂ ਕੋਚਿੰਗ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਜਿਹੜੇ ਕਿ ਉੱਥੋਂ ਦੀਆਂ ਜਿਹੜੀਆਂ ਸਿਵਲ ਸਰਵਿਸਿਜ਼ ਦੀ ਪੜ੍ਹਾਈ ਹੈ ਔਰ ਉੱਥੋਂ ਦੀ ਜਿਹੜੀ ਇੰਡੀਆ ਦੀ ਸਿਵਲ ਸਰਵਿਸਿਜ਼ ਦੀ ਪੜ੍ਹਾਈ ਦੇ ਵਿੱਚ ਪਾਸ ਹੋਣਾ ਬਹੁਤ ਬੱਚਿਆਂ ਦੀ ਡ੍ਰੀਮ ਹੁੰਦੀ ਹੈ। IAS ਬਣਨਾ, IPS ਆਫਿਸਰਸ ਬਣਨਾ, ਬਿਊਰੋਕ੍ਰੇਸੀ ਦੇ ਵਿੱਚ ਜਾਣਾ, ਪਰ ਬਹੁਤ ਸਾਰੇ ਬੱਚਿਆਂ ਨੂੰ ਸਹੀ ਕੋਚਿੰਗ ਦੇ ਵਿੱਚ ਜਿਹੜਾ ਹੈ ਉਹ ਕਈ ਵਾਰੀ ਰਹਿ ਜਾਂਦੇ ਨੇ। ਸੋ ਰੂਬੀ ਵੀਰ ਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਉਹ UGC ਬਾਰੇ ਮੈਂਸ਼ਨ ਕਰ ਰਹੇ ਸੀ ਔਰ ਸਿਵਲ ਸਰਵਿਸਿਜ਼ ਦੀ ਕੋਚਿੰਗ ਬਾਰੇ ਗੱਲ ਕਰ ਰਹੇ ਸੀ। ਜੀ, so the stepping stone for civil services is you have to clear the UGC NET programs। ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਕੁਆਲੀਫਾਈ ਕਰਕੇ you have to appear for more exams and then go for the final civil services exams। you'll be surprised ਕਿ 15 ਬੱਚੇ ਸਾਡੇ ਇਸ ਵੇਲੇ ਕੁਆਲੀਫਾਈ ਹੋ ਚੁੱਕੇ ਨੇ ਔਰ ਮੈਂ 15 ਬੱਚਿਆਂ ਵਿੱਚੋਂ ਇਹ ਦੱਸ ਦਵਾਂ ਕਿ 14 ਕੁੜੀਆਂ ਨੇ, which is an amazing thing। a few years back, a few decades back, it was always thought, it was a taboo ਕਿ ਬਈ ਕੁੜੀਆਂ ਜਿਹੜੀਆਂ ਨੇ ਘਰੋਂ ਬਾਹਰ ਜਾ ਕੇ ਤੇ ਇੰਨੀ ਹਾਇਰ ਐਜੂਕੇਸ਼ਨ ਵਾਸਤੇ ਮੁਸ਼ੱਕਤ ਕਰਨ। it was only a couple of decades back। ਜਿਹੜੇ ਗੇਟ ਦੇ ਵਿੱਚ ਕੁਆਲੀਫਾਈ ਕੀਤੀਆਂ ਨੇ ਕੁੜੀਆਂ, ਹਰਜੋਤ ਕੌਰ, you'll see on the screen, ਸੁਖਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਵਿਸ਼ਵਜੀਤ ਸਿੰਘ, ਅਮਨਦੀਪ ਕੌਰ, ਰਮਨਦੀਪ ਕੌਰ, ਰਣਜੀਤ ਕੌਰ, ਬਿੰਦਰਪਾਲ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ, ਵੀਰਪਾਲ ਕੌਰ, ਜਸਵੀਰ ਕੌਰ and ਗੁਰਕੀਰਤ ਕੌਰ। all these faces you'll realize ਕਿ they come from very rural backgrounds, and as I told you 65 to 70% ਇਹੋ ਜਿਹੇ ਬੱਚੇ ਹੈਗੇ ਨੇ ਇਸ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਜੋ ਆਪਣੇ ਪਰਿਵਾਰ ਦੇ ਵਿੱਚ ਪਹਿਲੀ ਵਾਰ ਕਾਲਜ ਅਟੈਂਡ ਕਰ ਰਹੇ ਨੇ, ਯੂਨੀਵਰਸਿਟੀ ਅਟੈਂਡ ਕਰ ਰਹੇ ਨੇ। ਐਂਡ ਦਿਸ ਇਜ਼ ਅ ਅਮੇਜ਼ਿੰਗ ਫੈਕਟ। ਉਹਨਾਂ ਦੀ ਜਿਹੜੀ ਸੈਲਫ ਰਿਸਪੈਕਟ ਹੈਗੀ ਹੈ, ਉਹਨਾਂ ਦੀ ਜਿਹੜਾ ਕੌਨਫੀਡੈਂਸ ਹੈਗਾ ਵਧਾਉਣਾ ਕੁੜੀਆਂ ਦਾ, ਆਈ ਥਿੰਕ ਜਿਸ ਤਰ੍ਹਾਂ ਬਾਬਾ ਇਕਬਾਲ ਸਿੰਘ ਜੀ ਹਮੇਸ਼ਾ ਕਹਿੰਦੇ ਨੇ ਕਿ ਤੁਸੀਂ you educate a child and teach him how to earn for himself, but if you educate a girl, she will go and educate 7 families within her vicinity। ਜਿਹੜੇ ਉਹਦੇ ਪਰਿਵਾਰ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹਦੇ ਪਰਿਵਾਰ ਹੈਗੇ ਨੇ, 7 ਫੈਮਲੀਆਂ ਨੂੰ ਇੰਪੈਕਟ ਕਰ ਸਕਦੀ ਹੈ ਇੱਕ ਅਗਰ ਪੜ੍ਹੀ ਲਿਖੀ ਮਦਰ ਹੋਵੇ ਤੇ। ਐਂਡ ਪ੍ਰੋਬੇਬਲੀ ਦਿਸ ਕੰਟਰੀਬਿਊਸ਼ਨ ਆਈ ਆਲਵੇਜ਼ ਬਿਲੀਵ ਜੋ ਬਾਬਾ ਜੀ ਦਾ ਐਂਗਲ ਰਹਿੰਦਾ ਹੈਗਾ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਅਸੀਂ ਮੋਟੀਵੇਟ ਕਰੀਏ ਔਰ ਉਹਨਾਂ ਨੂੰ ਇੰਸਪਾਇਰ ਕਰੀਏ ਟੂ ਕਮ ਫਾਰਵਰਡ। ਦੇਖੀਏ ਟੈਲੈਂਟ ਤੇ ਅਵੇਲੇਬਲ ਹੈਗਾ ਰੂਰਲ ਇੰਡੀਆ ਦੇ ਵਿੱਚ, ਛੁਪਿਆ ਹੋਇਆ। ਵੀ ਜਸਟ ਹੈਵ ਟੂ ਗੋ ਐਂਡ ਟਰਨ them around, give them a chance, go to their doorstep and provide them the quality education।
ਐਬਸੋਲੂਟਲੀ। ਔਰ ਤੁਸੀਂ ਇਹ ਗੱਲ ਬਹੁਤ ਸੋਹਣੇ ਤਰੀਕੇ ਨਾਲ ਦੱਸੀ ਕਿ ਇੱਕ ਟਾਈਮ ਹੁੰਦਾ ਸੀਗਾ ਜਦੋਂ ਕੁੜੀਆਂ ਨੇ ਜਿਹੜੀਆਂ ਗਰਲ ਚਾਈਲਡ ਨੇ, ਜਦੋਂ ਅਸੀਂ ਗੱਲ ਕਰਦੇ ਸੀ, ਅੱਜ ਵੀ ਖੈਰ ਉਹ ਪ੍ਰਥਾ ਜਿਹੜੀ ਹੈ ਉਹ ਬੜੀ ਕਾਮਨ ਹੈ। ਜਦੋਂ ਅਸੀਂ ਫੀਮੇਲ ਫੀਟੀਸਾਈਡ ਦੀ ਗੱਲ ਕਰਦੇ ਹਾਂ ਕਿ ਕੁੜੀ ਨੂੰ ਜਨਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀਗਾ, ਔਰ ਜੀ ਜਾਂ ਕੁੜੀ ਪਤਾ ਲੱਗਦਾ ਸੀ ਵੀ ਕੁੜੀ ਹੈ ਤੇ ਉਹਨੂੰ ਜੰਮਣ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਸੀ, ਜਾਂ ਫਿਰ ਜਦੋਂ ਕੁੜੀ ਜੰਮੀ ਗਈ ਤਾਂ ਉਹਨੂੰ ਕਿਤੇ ਛੱਡ ਕੇ ਆ ਜਾਂਦੇ ਸੀ, ਕਿਉਂਕਿ ਪੇਰੈਂਟਸ ਡਿਡਨਟ ਕੁਡ ਅਫੋਰਡ ਗਰਲ ਚਾਈਲਡ ਐਜੂਕੇਸ਼ਨ, ਉਹਦਾ ਵਿਆਹ ਉਸ ਤੋਂ ਬਾਅਦ। ਸੋ ਬਹੁਤ ਸਾਰੀ ਜਿਹੜੀਆਂ ਇਹ ਪ੍ਰਥਾਵਾਂ ਨੇ ਉਹ ਅੱਜ ਵੀ ਪ੍ਰਚਲਿਤ ਨੇ ਕਈ ਪਿੰਡਾਂ ਦੇ ਵਿੱਚ, ਪਰ ਫਿਰ ਵੀ ਐਜੂਕੇਸ਼ਨ ਦੇ ਕਰਕੇ ਜਿਹੜੇ ਕਿ ਇਹ ਅਕੈਡਮੀਜ਼ ਦੇ ਵਿੱਚ ਜਿਹੜੀਆਂ ਬੱਚੀਆਂ ਪੜ੍ਹ ਰਹੇ ਨੇ, ਜਿਹੜੇ ਬੱਚੇ ਪੜ੍ਹ ਰਹੇ ਨੇ, ਉਹਨਾਂ ਪੇਰੈਂਟਸ ਨੂੰ ਇਹ ਰਿਅਲਾਈਜ਼ ਵੀ ਹੋ ਰਿਹਾ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਉਹਨਾਂ ਦਾ ਜਿਹੜਾ ਮਾਣ ਹੈ ਉਹ ਕਿਸ ਤਰ੍ਹਾਂ ਉੱਚਾ ਹੋ ਸਕਦਾ ਹੈ, ਔਰ ਬੱਚੀਆਂ ਕੀ ਕਰਕੇ ਲਿਆ ਐਬਸੋਲੂਟ ਸਕਦੀਆਂ ਨੇ। ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਕਿ 14 ਕੁੜੀਆਂ ਜਿਹੜੀਆਂ ਨੇ ਉਹ ਸਿਵਲ ਸਰਵਿਸਿਜ਼ ਦੇ ਲਈ ਕੁਆਲੀਫਾਈ, ਜਿਹੜਾ ਯੂਜੀਸੀ ਐਗਜ਼ਾਮਸ ਲਈ ਕੁਆਲੀਫਾਈ ਕਰ ਰਹੀਆਂ ਨੇ ਟੂ ਅਪੀਅਰ ਫॉर ਦੀ ਐਗਜ਼ਾਮਸ। ਸੋ ਆਪਣੇ ਆਪ ਦੇ ਵਿੱਚ ਇੱਕ ਕਾਬਿਲੇ ਤਾਰੀਫ ਗੱਲ ਹੈ, ਇੱਕ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ, ਨਾਟ ਓਨਲੀ ਫॉर ਅਕਾਲ ਯੂਨੀਵਰਸਿਟੀ ਬਟ ਜਿਹੜੇ ਕਿ ਪੰਜਾਬ ਦੇ ਪੂਰੀ ਕੌਮ ਨੂੰ ਇਹ ਮਾਣ ਹੋਣਾ ਚਾਹੀਦਾ ਕਿ ਉਹ ਕੁੜੀਆਂ ਤੇ ਮਾਣ ਹੋਣਾ ਚਾਹੀਦਾ ਜਿਹੜੀਆਂ ਇਸ ਤਰ੍ਹਾਂ ਦੀਆਂ ਆਪਣੀ ਇੱਕ ਅਟੈਂਪਟ ਕਰ ਰਹੀਆਂ ਨੇ ਔਰ ਕੁਆਲੀਫਾਈ ਅੱਗੇ ਕਰਕੇ ਗਈਆਂ ਨੇ। ਹਰਪ੍ਰੀਤ ਜੀ, ਜਦੋਂ ਸਾਡੇ ਕੈਨੇਡਾ ਦੀ ਸੰਗਤ ਨੂੰ ਜਾਂ ਕੈਨੇਡਾ ਜਿਹੜੇ ਲੋਕ ਸਾਨੂੰ ਦੇਖਦੇ ਨੇ ਜਾਂ ਦੇਖ ਰਹੇ ਨੇ, ਜਦੋਂ ਉਹਨਾਂ ਨੂੰ ਇਹਨਾਂ ਅਚੀਵਮੈਂਟਸ ਬਾਰੇ ਪਤਾ ਲੱਗ ਰਿਹਾ ਹੈ ਜਾਂ ਲੱਗੇਗਾ, ਤੇ ਹਾਊ ਇਜ਼ देयर ਰਿਐਕਸ਼ਨ ਕਿ ਉਹਦੇ ਨਾਲ ਆਪਣੀ ਜਿਹੜੀ ਕੈਨੇਡੀਅਨਸ ਨੇ ਉਹ ਡੂ ਦੇ ਸੇ ਕਿ ਨਹੀਂ ਨਹੀਂ ਅੱਜ ਹੀ ਅਸੀਂ ਡੋਨੇਟ ਕਰ ਦੇਣਾ ਹੈ, ਜਾਂ ਫਿਰ ਉਹਨਾਂ ਨੇ ਬਹੁਤ ਕਿੰਤੂ ਪਰੰਤੂ ਜਿਹੜੇ ਸਵਾਲ ਨੇ ਉਹ ਮਨ ਦੇ ਵਿੱਚ ਹੁਣੇ ਵੀ ਆਉਂਦੇ ਨੇ। ਭੈਣ ਜੀ ਮੇਰੀ ਫਤਿਹ ਥੋੜੀ ਪਿੱਛੇ ਰਹਿ ਗਈ ਸੀ ਜੀ, ਸਲੋ ਸੀਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ। ਐਂਡ ਜੀ ਅਗੇਨ ਭਾਈ ਸਾਹਿਬ ਨੇ ਬਹੁਤ ਡਿਟੇਲ ਚ ਦੱਸਿਆ। ਅਗੇਨ ਇਹਦੇ ਚ ਦੋ ਤਿੰਨ ਚੀਜ਼ਾਂ ਜਿਹੜੀਆਂ ਪਿਕ ਆਊਟ ਕਰਕੇ ਸੰਗਤ ਵਿੱਚ ਕੋਈ ਸ਼ੰਕਾ ਰਹਿਣਾ ਹੀ ਨਹੀਂ ਹੈਗਾ ਜੀ, ਬਿਕਾਜ਼ ਇੱਕ ਸਟੀਰੀਓਟਾਈਪ ਸਾਡੀ ਥਿੰਕਿੰਗ ਬਣ ਜਾਂਦੀ ਉਸ ਸਮਾਜ 'ਚ ਰਹਿ ਕੇ ਕਿ ਵੀ ਆਲ ਥਿੰਕ ਇਨ ਸੇਮ ਡਾਇਰੈਕਸ਼ਨ। ਜਦੋਂ ਸਾਨੂੰ ਇੱਕ ਰਿਐਲਿਟੀ ਅੱਗੇ ਆ ਰਹੀ ਹੈ ਕਿ 15 ਚੋਂ 14 ਬੱਚੀਆਂ ਨੇ ਐਂਡ ਸਾਰੇ 100% ਅੰਡਰਲਾਈਨ ਰੂਰਲ ਦੇ ਵਿੱਚੋਂ ਹੈਗੀਆਂ, ਮੈਨੂੰ ਨਹੀਂ ਲੱਗਦਾ ਜੀ ਪੰਜਾਬ ਦੇ ਲਈ ਜਾਂ ਰੂਰਲ ਅਕੈਡਮੀਜ਼ ਜਿੱਥੇ ਹੈ ਇਸ ਤੋਂ ਕੋਈ ਗੁੱਡ ਨਿਊਜ਼ ਕਿਸੇ ਨੂੰ ਅੱਜ ਤੋਂ ਜੇ 15 ਸਾਲ ਪਹਿਲਾਂ ਆਪਾਂ ਦਸੀਏ ਨਾ ਜੀ ਦਿਸ ਇਜ਼ ਗੋਇੰ ਟੂ ਹੈਪਨ ਜਾਂ ਇਹ ਰਿਜ਼ਲਟਸ ਹੋਣਗੇ, ਪੀਪਲ ਵੁੱਡ ਬੀ ਅਮੇਜ਼ਡ, ਓ ਹਾਊ ਕੈਨ ਯੂ ਅਚੀਵ। ਰੂਰਲ ਬੱਚੇ ਇੰਨੀਆਂ ਐਗਜ਼ਾਮਸ ਦੇ ਵਿੱਚ ਇੰਨੇ ਗ੍ਰੇਡੇਸ਼ਨ ਕਿਵੇਂ ਲੈ ਸਕਦੇ ਆ ਜੀ। ਨਾਓ ਇਟਸ ਅ ਫੈਕਟ। ਐਂਡ ਮੈਨੂੰ ਨਹੀਂ ਲੱਗਦਾ ਜੀ ਕਿ ਇਹ ਅੱਜ ਦਾ ਪ੍ਰੋਗਰਾਮ ਸੁਣਨ ਤੋਂ ਬਾਅਦ ਕਿਸੇ ਦੇ ਸ਼ੰਕੇ ਰਹਿ ਜਾਣਗੇ। ਸਟਿਲ ਜੇ ਕੋਈ ਵੀ ਕਿਸੇ ਟਾਈਪ ਦੀ ਵੀ ਅੰਡਰਲਾਈਨ ਕੋਈ ਰੀਜ਼ਨਿੰਗ ਹੈਗੀ ਹੈ ਕਿਸੇ ਦੀ ਅਬਾਊਟ ਬੜੂ ਸਾਹਿਬ, then our number ਬਿਲਕੁਲ ਥੱਲੇ ਆ ਰਿਹਾ ਜੀ। I will be answering right away to give them support for whatever lack of information is there। but ਇਹ ਪ੍ਰੋਗਰਾਮ ਹੀ ਮੈਂ ਕਹਿੰਦਾ ਵੀ ਜੀ ਨੂੰ ਹੋਰ ਆਪਾਂ elaborate ਕਰਦੇ ਹਾਂ accomplishments, ਕਿਉਂਕਿ eventually ਭੈਣ ਜੀ this is what people say, what change have you produced on ground? And ਹਾਂਜੀ knowing this, what is being told in last 15 minutes and enhancing a little more, it will help them a lot to understand कि ये चीज़ां ही matter करदियां। Now सारा vision is again बाबा जी दा, अतर सिंह जी दा ये चीज़ चलाई हुई। ये फुलवाड़ी आज ਜਦੋਂ ਦਿਖ ਰਹੀ ਹੈ ਕਿ ਰਿਜ਼ਲਟਸ ਆ ਰਹੇ ਹੈ, ਇਸ ਤੋਂ ਜ਼ਿਆਦਾ ਖੁਸ਼ੀ ਸਾਰੇ ਟੀਮ ਮੈਂਬਰਸ ਜਾਂ ਸਾਰੇ ਆਰਗੇਨਾਈਜ਼ਰਸ ਜਾਂ ਸਾਰੇ ਬਾਬਾ ਜੀ ਦੇ ਸਪੋਰਟਰਸ ਨੂੰ ਇਸ ਤੋਂ ਵੱਧ ਨਹੀਂ ਹੋ ਸਕਦੀ ਜੀ। ਸੋ ਆਈ ਹੋਪ ਤੁਹਾਡਾ ਕੁਐਸਚਨ ਸੀਗਾ, ਕੁਐਸਚਨਸ ਨਹੀਂ ਰਹਿਣਗੇ ਜੀ ਲੋਕਾਂ ਦੇ। ਜੀ ਸ਼ੋਰ। ਐਂਡ ਹਰਪ੍ਰੀਤ ਜੀ, ਤੁਸੀਂ ਇੱਕ ਗੱਲ ਮੈਂਸ਼ਨ ਕੀਤੀ, ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਸ਼ੰਕਾ ਨੇ ਉਹ ਐਬਸੋਲੂਟਲੀ ਤੁਹਾਨੂੰ ਫੋਨ ਕਰਕੇ, ਜਿਹੜੇ ਵੀ ਕੈਨੇਡਾ ਦੇ ਵਿੱਚ ਲੋਕ ਸਾਨੂੰ ਇਸ ਵੇਲੇ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਤੁਹਾਨੂੰ ਫੋਨ ਕਰਕੇ ਤੁਹਾਡੇ ਤੱਕ ਪਹੁੰਚ ਸਕਦੇ ਨੇ। ਲੇਕਿਨ ਇੱਕ ਬੜੀ ਜਾਣਨ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਵੈਸੇ ਇੱਕ ਆਈ ਡੋਨਟ ਨੋ ਹਿਊਮਨ ਟੈਂਡੈਂਸੀ ਹੈ ਜਾਂ ਹਿਊਮਨ ਸਾਈਕੋਲੋਜੀਕਲੀ ਹਾਊ ਡੂ ਵੀ ਡੂ ਇਟ, ਬਟ ਅਸੀਂ ਵੈਸੇ ਆਪਣੇ ਜਦੋਂ ਖਰਚੇ ਕਰਨੇ ਹੁੰਦੇ ਨਾ, ਕੋਈ ਕੱਪੜੇ ਲੈਣੇ ਆ ਜਾਂ ਬਾਹਰ ਜਾ ਕੇ ਕੁਝ ਜੰਕ ਫੂਡ ਖਾਣਾ ਹੈ ਜਾਂ ਖਾਣਾ ਪੀਣਾ ਕਰਨਾ ਹੈ, ਤਾਂ ਅਸੀਂ ਬਹੁਤਾ ਸੋਚਦੇ ਨਹੀਂ, ਹਨਾ, ਤਾਂ ਨਹੀਂ ਆਪਾਂ ਸੋਚਦੇ, ਤਾਂ ਅਸੀਂ ਕੁਐਸਚਨ ਨਹੀਂ ਕਰਦੇ, ਕਿੰਤੂ ਪਰੰਤੂ ਵੀ ਖਰਚਾ ਹੋ ਗਿਆ। ਤੇ ਜਦੋਂ ਅਸੀਂ ਕਿਸੇ ਦੀ ਜ਼ਿੰਦਗੀ ਨੂੰ ਬਦਲਣ ਦੀ ਗੱਲ ਕਰਦੇ, ਕਿਸੇ ਦੀ ਐਸੇ ਕਾਰਜ ਵਾਸਤੇ ਉਹਨਾਂ ਤੋਂ ਅਪੀਲ ਕਰ ਰਹੇ ਹਾਂ ਜਿਸ ਦੇ ਨਾਲ ਨਾ ਸਿਰਫ ਉਹਨਾਂ ਨੂੰ ਆਪਣੇ ਆਪਣੇ ਕਮਾਣ ਹੋਣਾ ਹੈ, ਬਲਕਿ ਇੱਕ ਪਰਿਵਾਰ ਜਿਹੜਾ ਹੈ ਉਹ ਸੁਧਰਿਆ ਜਾਏਗਾ ਜੇ ਉਹਨਾਂ ਨੂੰ ਰਾਈਟ ਐਜੂਕੇਸ਼ਨ ਮਿਲ ਜਾਏ। ਸੋ ਇੱਕ ਅਪੀਲ ਜਿਹੜੀ ਆ ਉਹ ਮੈਨੂੰ ਲੱਗਦਾ ਉਹ ਕਰਨ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ। ਔਰ ਜਿਸ ਤਰ੍ਹਾਂ ਪਿਛਲੇ ਐਪੀਸੋਡ ਦੇ ਵਿੱਚ ਮੁਕਤਾ ਭੈਣ ਜੀ ਨੇ ਮੈਂਸ਼ਨ ਕੀਤਾ ਸੀ ਕਿ ਜੇ ਬਾਬਾ ਜੀ ਦਾ ਇਹ ਵਿਜ਼ਨ ਹੈ ਜਾਂ ਬਾਬਾ ਜੀ ਕਹਿੰਦੇ ਹੁੰਦੇ ਆ ਕਿ ਜੇ ਸਾਡੀ ਕੌਮ ਚਾਵੇ ਨਾ
ਤਾਂ ਇਹ ਕਾਰਜ ਤਾਂ ਕਈ ਟਾਈਮ ਪਹਿਲੇ ਹੀ ਖਤਮ ਹੋ ਜਾਣਾ ਚਾਹੀਦਾ ਸੀਗਾ, ਬਿਕੋਜ਼ ਜੇ ਹਰ ਇੱਕ ਇੱਕ ਬੱਚਾ ਵੀ ਤੁਸੀਂ ਸਪਾਂਸਰ ਕਰ ਲਓ, ਆਪਣੀ ਸਾਰੀ ਕੌਮ ਅਗਰ ਇਹ ਜੁਮਾ ਲੈ ਲੇ, ਤਾਂ ਆਈ ਥਿੰਕ ਇਟ ਇਜ਼ ਗੋਇੰਗ ਟੂ ਬੀ ਨਾਟ ਐਕਚੁਅਲੀ ਅ ਬਿਗ ਟਾਸਕ। ਹਰ ਬੱਚਾ ਪੜ੍ਹਾਈ ਦੇ ਕਾਬਿਲ ਹੋਏਗਾ ਔਰ ਉਸਨੂੰ ਰਾਈਟ ਹੋਏਗਾ ਔਰ ਉਹ ਪੜ੍ਹ ਵੀ ਪਾਏਗਾ। ਪਰ ਰਵਿੰਦਰਪਾਲ ਜੀ, ਮੈਂ ਤੁਹਾਡੇ ਤੱਕ ਹੁਣ ਇੱਕ ਵਾਰੀ ਤੁਹਾਨੂੰ ਫੇਰ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਲੋਕ ਨੇ ਹਨਾ, ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਇੰਨੇ ਟੌਪਰਸ ਵੀ ਨੇ, ਇੰਨੀਆਂ ਅਚੀਵਮੈਂਟਸ ਹੋ ਰਹੀਆਂ ਨੇ, ਔਰ ਜਿਸ ਤਰ੍ਹਾਂ ਤੁਹਾਨੂੰ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਦੀ ਮੈਂਸ਼ਨ ਕੀਤਾ, ਇੱਕ ਹੋਰ ਵੀ ਚੀਜ਼ ਅਸੀਂ ਗੱਲ ਕਰ ਰਹੇ ਸੀ ਆਫ ਕੈਮਰਾ ਅਬਾਊਟ ਦ ਰੀਨਿਊਏਬਲ ਸੋਰਸ ਆਫ એનર્ਜੀ, ਯਾਨੀ ਕਿ ਸੋਲਰ ਪਲਾਂਟ ਦੇ ਬਾਰੇ ਅਸੀਂ ਤੁਸੀਂ ਗੱਲ ਕਰ ਰਹੇ ਸੀ। ਹੁਣ ਇਸ ਚੀਜ਼ ਦੇ ਬਾਰੇ ਪਹਿਲੀ ਗੱਲ ਤਾਂ ਸੋਚਣਾ ਕਿ ਪਹਿਲਾਂ ਤਾਂ ਆਪਾਂ ਸਾਰੇ ਸੋਚੀਏ ਕਿ ਹਾਂਜੀ ਇਹ ਸੰਸਥਾ ਤਾਂ ਸਿਰਫ ਇੱਕ ਐਜੂਕੇਸ਼ਨ ਦਾ ਇੱਕ ਮਾਧਿਅਮ ਬਣੀ ਹੈ ਤੇ ਉਹਨਾਂ ਨੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਦਿੱਤੀ, ਤਾਂ ਠੀਕ ਹੈ ਉਹਨਾਂ ਦਾ ਕਾਰਜ ਹੋ ਰਿਹਾ, ਦੈਟਸ ਇਟ। ਬਟ ਅੱਗੇ ਐਸੀ ਐਡਵਾਂਸ ਟੈਕਨੋਲੋਜੀ ਯਾਨੀ ਕਿ ਸੋਲਰ એનર્ਜੀ, ਰੀਨਿਊਏਬਲ ਸੋਰਸ ਆਫ એનર્ਜੀ ਨੂੰ ਤੁਸੀਂ ਕਿਉਂ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਕਾਹਦੇ ਵਾਸਤੇ ਇਹ ਸੋਲਰ ਪਲਾਂਟ ਕਰ ਉਹ ਹਾਲਾਤ ਚੱਲ ਰਹੇ ਨੇ ਦੁਨੀਆ ਰਹੇ ਦੇ, ਹੋ? ਉਹਦੇ ਵਿੱਚ ਜੀ ਸਾਡੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਸੋਸਾਇਟੀ ਦੀ। ਦਿਸ ਐਵਰੀਬਡੀ ਰਿਅਲਾਈਜ਼ਸ ਨਾਓ, ਮੋਰਲ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਸੋਸਾਇਟੀ ਦੀ ਕਿ ਅਸੀਂ ਕਾਰਬਨ ਫੁੱਟਪ੍ਰਿੰਟ ਨੂੰ ਆਪਣਾ ਘਟਾਈਏ। ਜਿੱਥੇ ਜਿੱਥੇ ਅਸੀਂ એનર્ਜੀ ਦੀ ਯੂਜ਼ੇਜ, ਡਾਇਰੈਕਟ એનર્ਜੀ ਦੀ ਯੂਜ਼ੇਜ ਆਇਲ ਦੇ ਔਰ ਇਲੈਕਟ੍ਰਿਸਿਟੀ ਦੀ ਅਸੀਂ ਘਟਾ ਸਕਦੇ ਹੈਗੇ ਹਾਂ, we are doing a service to the society, we are doing a service to the globe, to the world. So you'll be very happy to know Akal University Guru Ki Kashi has installed one of the largest solar power project in amongst any rural institution in North India. I repeat, ਕੋਈ ਵੀ North India ਦੇ ਵਿੱਚ ਰੂਰਲ ਇੰਸਟੀਟਿਊਸ਼ਨ ਦੇ ਵਿੱਚ ਇੰਨਾ ਲਾਰਜ ਪ੍ਰੋਜੈਕਟ ਨਹੀਂ ਲੱਗਿਆ। 400 ਕਿਲੋਵਾਟ ਦਾ ਸੋਲਰ ਜਨਰੇਟਿੰਗ ਪ੍ਰੋਡਕਟ ਲੱਗਿਆ ਹੈ, ਜਿੰਨਾ ਰੂਫ ਟਾਪ ਹੈ ਯੂਨੀਵਰਸਿਟੀ ਦਾ, that is covered with solar panels, and we generate almost 99.5% of the electricity that we consume. ਸਾਡੀ ਉੱਥੇ net metering ਹੈਗੀ ਹੈ, we give it to the grid, and whatever we draw from the grid is deducted, and we realize that we hardly pay a few pennies here or there, otherwise it's totally free for us. Again, another thing which you will be very happy to know is that it's a zero waste campus. We have our own waste and sewage treatment plant. ਸਾਰੀ ਯੂਨੀਵਰਸਿਟੀ ਦੀ ਕੰਸਟਰਕਸ਼ਨ ਹੋਲੋ ਬ੍ਰਿਕਸ ਨਾਲ ਹੋਈ ਸੀ, ਜਿਹੜੀ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹੀ ਪਲਾਂਟ ਲਾ ਕੇ ਅਸੀਂ ਬਣਾਇਆ ਗਿਆ ਸੀ। ਜਿੰਨਾ ਐਸ਼ ਹੁੰਦਾ, ਨਾਲ ਹੀ ਤੁਹਾਨੂੰ ਪਤਾ ਬਠਿੰਡਾ ਦੇ ਵਿੱਚ ਫਲਾਈ ਐਸ਼ ਪਲਾਂਟ ਹੈਗਾ, ਫਲਾਈ ਐਸ਼ ਲੈ ਕੇ ਐਂਡ ਯੂਜ਼ਿੰਗ ਦੋਜ਼ ਰੀਨਿਊਏਬਲ ਮਟੀਰੀਅਲਸ ਓਨਲੀ ਅਸੀਂ ਸਾਰੀ ਬ੍ਰਿਕ ਜਿਹੜੀ ਹੋਲੋ ਬ੍ਰਿਕਸ ਉਹਦੀ ਯੂਨੀਵਰਸਿਟੀ ਦੀ ਤਿਆਰ ਕੀਤੀ ਹੈ। ਅੱਜ ਉਹ ਹੋਲੋ ਬ੍ਰਿਕਸ ਦੀ ਵਜ੍ਹਾ ਨਾਲ ਜੋ ਥਰਮਲ ਐਫੀਸ਼ੀਐਂਸੀ ਹੈਗੀ ਯੂਨੀਵਰਸਿਟੀ ਦੀ, ਇਟ ਇਜ਼ ਆਲਮੋਸਟ ਲਾਈਕ ਅ ਗ੍ਰੀਨ ਬਿਲਡਿੰਗ। ਆਈ ਰਿਅਲਾਈਜ਼ ਇਨ ਕੈਨੇਡਾ you have started certifying buildings as green building, so by 2021 we should be applying for a green certification for the whole campus of Akal University. ਸੋ ਆਈ ਥਿੰਕ ਜਿਹੜੀ ਤੁਸੀਂ ਮੈਂਸ਼ਨ ਕੀਤੀ ਕਿ ਇਹ ਕੈਂਪਸ ਵੀ ਇੱਕ ਤਰੀਕੇ ਦੇ ਨਾਲ ਗ੍ਰੀਨ ਕੈਂਪਸ ਬਣਿਆ ਔਰ ਸੋਲਰ એનર્ਜੀ ਤੁਸੀਂ ਪੂਰੇ ਤਰੀਕੇ ਦੇ ਨਾਲ ਯੂਟਿਲਾਈਜ਼ ਕਰ ਰਹੇ ਹੋ। ਸੋ ਇੰਨਾ ਫਾਰ ਸੋਚਣਾ, ਟੈਕਨੋਲੋਜੀ ਦੇ ਵਿੱਚ ਐਡਵਾਂਸ ਚੱਲਣਾ, ਸਿਰਫ ਸਾਡੇ ਵਿਊਅਰਸ ਨੂੰ ਇਹ ਮੈਂਸ਼ਨ ਕਰਦੀ ਹੈ ਕਿ ਜਿੱਥੇ ਕਈ ਵਾਰੀ ਲੋਕ ਸੋਚਦੇ ਨੇ ਕਿ ਨਹੀਂ ਹੋ ਸਕਦਾ ਕਿ ਬੜੀ ਸਟ੍ਰਿਕਟ ਪੜ੍ਹਾਈ ਹੋਵੇ, ਬਹੁਤ ਆਰਥੋਡਾਕਸ ਜਾਂ ਬਹੁਤ ਕੰਜ਼ਰਵੇਟਿਵ ਹੋਵੇ, ਅੱਗੇ ਟੈਕਨੋਲੋਜੀ ਦੇ ਬਾਰੇ ਨਹੀਂ ਸੋਚਿਆ ਜਾ ਰਿਹਾ, और क्योंकि अध्यात्मक पढ़ाई भी है, रिलीजियस भी है, और उस तो बाद दुनियावी पढ़ाई भी हो रही है, सो इट कुड दे कैन हैव दीज क्वेश्चंस, इसे करके इस चीज ਨੂੰ मेंशन करना बहुत जरूरी ਸੀ ਕਿ ਨਾ ਕਿਸ ਤਰ੍ਹਾਂ ਪ੍ਰੋਗਰੈਸ਼ਨ ਜਿਹੜੀ ਔਰ ਪ੍ਰੋਗਰੈਸਿਵ ਤਰੀਕੇ ਦੇ ਨਾਲ ਇਸ ਸੰਸਥਾ ਨੇ ਆਪਣੀ ਜਿਹੜੀ ਸੋਚ ਹੈ, ਬੜਾ ਫਿਊਚਰਿਸਟਿਕ ਸੋਚ ਰੱਖਦੇ ਹੋਏ, ਜਿਹੜੇ ਭਾਵੇਂ ਉਹ ਗੁਰੂ ਕੀ ਕਾਸ਼ੀ ਜਿਹੜੀ ਯੂਨੀਵਰਸਿਟੀ ਹੈ ਉਸ ਨੂੰ ਐਸਟੈਬਲਿਸ਼ ਕੀਤਾ, ਔਰ ਜਿਹੜੇ ਆਉਣ ਵਾਲੀਆਂ ਵੀ ਜਿਹੜੇ ਤੁਹਾਡੇ ਉਦਮ ਹੋਣਗੇ ਉਸ ਦੇ ਵਿੱਚ ਵੀ ਜਿਹੜੀ ਆਉਣ ਵਾਲੀ ਟੈਕਨੋਲੋਜੀ ਹੈ ਜਾਂ ਟਾਈਮ ਟੂ ਟਾਈਮ ਜਿਸ ਤਰ੍ਹਾਂ ਬਦਲਦਾ ਜਾ ਰਿਹਾ ਸਮਾਂ, ਉਸ ਦੇ ਤੁਸੀਂ ਪੇਸ ਦੇ ਨਾਲ ਰਹੋਗੇ। ਹਰਪ੍ਰੀਤ ਵੀਰ ਜੀ, ਕਿੰਨਾ ਇੰਪੋਰਟੈਂਟ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਹੈਵ ਟੂ ਕੈਚ ਅਪ ਟੂ ਦ ਟੈਕਨੋਲੋਜੀ, ਵੀ ਹੈਵ ਟੂ ਕੈਚ ਅਪ ਟੂ ਦ ਡਿਜੀਟਲ ਏਜ ਦੈਟ ਵੀ ਆਰ ਲਿਵਿੰਗ ਇਨ ਟੂਡੇ। ਅੱਜ ਤੁਸੀਂ ਦੇਖ ਲਓ ਕਿ ਅੱਜ ਅਸੀਂ ਆਪਣੇ ਆਪਣੇ ਘਰਾਂ ਤੋਂ ਬਹਿ ਕੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਹਾਂ, ਔਰ ਇਹ ਟੀਵੀ ਦੇ ਉੱਤੇ ਟੈਲੀਕਾਸਟ ਹੋ ਰਿਹਾ, ਔਰ ਤੁਹਾਨੂੰ ਇਹ ਤੁਹਾਡੇ ਕੋਲ ਤੁਸੀਂ ਹਰ ਦੁਨੀਆ ਦਾ ਹਰ ਬੰਦਾ ਦੇਖ ਸਕਦਾ ਇਸ ਪ੍ਰੋਗਰਾਮ ਨੂੰ the moment you get the Facebook or a YouTube link. So times have changed, technology has changed. So ਸਾਡੇ ਦਰਸ਼ਕਾਂ ਨੂੰ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ how this university or this ਸੰਸਥਾ ਜਿਹੜੀ ਹੈ
ਇਹ ਫਿਊਚਰਿਸਟਿਕ ਅਪਰੋਚ ਫੋਲੋ ਕਰ ਰਹੀ ਹੈ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? Panji, when this pandemic hit, it was again noted as one of the quickest response taken to connect all 70,000 students through technology. That's one major step which rural kids have. It's quite a process for them to be on. So ਉਹ ਸਾਰਿਆਂ ਦੀ ਸਟੱਡੀ ਈਅਰ ਐਂਡ ਸਾਰਾ ਕੁਝ ਐਜ਼ ਯੂਜੂਅਲ ਕੰਪਲੀਟ ਹੋ ਰਿਹਾ, ਕਿਸੇ ਨੂੰ ਮਹਿਸੂਸ ਨਹੀਂ ਹੋ ਰਿਹਾ ਵੀ ਸਕੂਲਿੰਗ ਐਟ ਫਲੋ ਚੱਲਦੀ ਰਹੀ ਹੈਗੀ ਹੈ ਜੀ। ਸੋ ਅਗੇਨ ਇਟਸ ਓਡ ਫॉर द ਟੈਕਨੋਲੋਜੀ ਐਂਡ ਕਿੰਨੀ ਜਲਦੀ ਉਹਨੂੰ ਅਡਾਪਟ ਕੀਤਾ ਗਿਆ ਐਂਡ ਉਹਨੂੰ ਇੰਪਲੀਮੈਂਟ ਕੀਤਾ ਗਿਆ। ਐਂਡ ਅਗੇਨ ਸਟਿਕਿੰਗ ਟੂ ਦ ਸਟੈਂਡਰਡਸ ਜਿਹੜੇ ਜ਼ੀਰੋ ਵੇਸਟ, ਆਲ ਰਿਨਿਊਏਬਲ ਐਂਡ ਸਾਰੀ ਰੂਫਟਾਪ ਸੋਲਰ ਨਾਲ ਜਨਰੇਟ ਕਰਕੇ ਗ੍ਰਿਡ ਤੋਂ ਉਹੀ ਚੀਜ਼ ਲੈ, ਇਹ ਚੀਜ਼ਾਂ people are going to acknowledge. It just takes little while for them to understand ਵੀ ਦੀ ਇੰਪੋਰਟੈਂਸ ਹੈ ਕੀ। ਐਂਡ ਲੌਂਗਰ ਟਰਮ ਇਹ ਚੀਜ਼ ਜੇ 5 ਸਾਲ ਬਾਅਦ ਇਹੀ ਐਗਜ਼ਾਮਪਲ ਰਹੀ ਹੈ ਜੀ, ਸਰਟਨ ਸਟੈਪਸ ਬਾਬਾ ਜੀ ਦੀ ਡਾਇਰੈਕਸ਼ਨ ਵਿੱਚ ਪਹਿਲੇ ਹੀ ਲੈ ਲਿੱਤੇ ਜਾਂਦੇ ਆ ਜਿਹਦੀ ਰੈਕਗਨੀਸ਼ਨ 5-7 ਸਾਲ ਬਾਅਦ ਹੁੰਦੀ ਹੈ। ਅੱਛਾ, ਇਹ ਤਾਂ ਆਲਰੇਡੀ ਬੜੂ ਸਾਹਿਬ has done it so many years before, ਜਿਹੜੀ ਅੱਜ ਅਸੀਂ ਗੱਲ ਸੁਣ ਰਹੇ ਹਾਂ। ਸੋ ਬਹੁਤ ਇਨਫੋਰਮੈਟਿਕ ਹੈ ਜੀ, ਗੁੱਡ ਟੂ ਨੋ। ਐਂਡ ਸਾਰੀ ਸੰਗਤ ਲਈ ਵੀ ਇਹ ਚੀਜ਼ will be kind of head turners ਕਿ ਇਹ ਚੀਜ਼ਾਂ ਹੋ ਰਹੀਆਂ on real grounds, and which ਉਹ ਮੈਂ ਤਾਂ ਕਹੂੰਗਾ ਜੀ ਕਿ ਜਿਹੜੇ ਵੀ ਗੁਰੂ ਕਾਸ਼ੀ ਸੰਗਤ ਨਹੀਂ ਗਈ, ਇੱਕ ਵਾਰੀ pay a visit so that ਜਿਹੜੇ ਗੁਰੂ ਸਾਹਿਬ ਦੇ ਬਚਨ ਦੇ ਅਨੁਸਾਰ ਉਹ ਕਿਸ ਤਰ੍ਹਾਂ ਸਾਰਾ ਕੈਂਪਸ ਸੈਟਅਪ ਹੋਇਆ ਹੈ। Again, 700,000 square feet. It's a 7 ਲੱਖ ਸਕੁਅਰ ਫੁੱਟ ਜਦੋਂ ਆਪਾਂ ਡਿਵਾਈਡ ਕਰਕੇ ਦੇਖੀਏ ਨਾ ਜੀ, ਇਟਸ ਅ ਲੋਟ। ਜੇ ਆਪਾਂ ਆਪਣੇ ਘਰਾਂ ਨਾਲ ਹੀ ਦੇਖਦੇ ਹਾਂ ਜਾਂ ਆਪਣੀ ਇੱਥੋਂ ਦੀ ਐਸਟੈਬਲਿਸ਼ਮੈਂਟ ਲਾਇਬ੍ਰੇਰੀਜ਼ ਨਾਲ ਦੇਖਦੇ ਹਾਂ। ਐਂਡ ਇੱਕ ਵਾਰ ਜੀ ਆਪਾਂ ਆਪਣੇ ਗੱਲ ਕਰ ਰਹੇ ਸੀ, I have seen it. ਹਾਂਜੀ। ਸੋ ਅਗੇਨ ਕਮਿੰਗ ਟੂ ਦਾ ਪੁਆਇੰਟ ਕਿ ਜਿਹੜੀ ਦਸਵੰਧ ਦੀ ਗੱਲ ਆ ਗਈ ਨਾ ਜੀ, ਜਿਹੜੀ ਆਪਾਂ ਲਾਸਟ ਮੋਮੈਂਟ ਆਪਾਂ ਗੱਲ ਕਰ ਰਹੇ ਸੀਗੇ ਕਿ ਇਟ ਐਵਰੀਬਡੀ ਹੈਜ਼ ਅ ਅਰਜ ਕਿ ਮੈਂ ਕਰਾਂ। ਮੋਸਟਲੀ ਜਦੋਂ ਇਹ ਪ੍ਰੋਗਰਾਮ ਵੀ ਸੁਣ ਰਹੇ ਆ, ਜਿਹੜੇ ਵੀ ਵੀਰ ਭੈਣ ਸੁਣ ਰਹੇ ਆ, ਉਹਨਾਂ ਨੂੰ ਇਹ ਚੀਜ਼ ਅਨਡਾਊਟਡਲੀ ਸਟਰਕ ਕਰੇਗੀ ਕਿ ਸਾਨੂੰ ਕੁਝ ਕਰਨਾ ਚਾਹੀਦਾ। ਨਾ ਓਨਲੀ ਸਟੈਪ ਇਨਵੋਲਵਡ ਇਜ਼ ਟੇਕਿੰਗ ਅ moment and thinking about what are the ways to do it. Technology ਦੇ through ਹੀ, ਫੋਨ ਦੇ through ਤੁਸੀਂ pay ਕਰ ਸਕਦੇ ਹੋ। and ਇੱਕ ਬੱਚਾ, just try to have a experience of how you change the life of a rural kid. ਇੱਕ ਬੱਚਾ ਜਿਹੜੇ ਵੀ ਸੁਣ ਰਹੇ ਆ, I would again as ਮੈਂ ਇਹ ਕਹਿ ਸਕਦਾ ਕਿ as a human ਇਹਨੂੰ ਤੁਸੀਂ ਇੱਕ ਵਾਰੀ ਟਰਾਇਲ ਕਰਕੇ ਦੇਖਿਓ ਕਿ ਇੱਕ ਬੱਚਾ ਜੇ ਸਪਾਂਸਰ ਕਰਕੇ how you feel after a year, and have you found that contentment anywhere else by donating whatever $550 ਜੇ ਆਪਾਂ ਦਿੰਨੇ ਆ ਸਾਲ ਦੇ ਜੀ, ਉਹਦੇ ਨਾਲ ਇਸ ਤੋਂ ਵੱਡੀ ਕੰਟੈਂਟਮੈਂਟ ਉਹਨਾਂ ਨੂੰ 300 ਦੀ ਜੈਕਟ ਲੈਣ ਨਾਲ ਵੀ ਆਉਂਦੀ ਹੈ ਜਾਂ ਨਹੀਂ ਆਉਂਦੀ। ਇਹ ਚੀਜ਼ਾਂ ਨੂੰ ਜਦੋਂ ਅਸੀਂ ਕੋਰਿਲੇਟ ਕਰਦੇ ਆ, then I guess the technology has made it easier. ਈਮੇਲ ਕਰ ਸਕਦੇ ਹੋ ਜੀ, ਫੋਨ ਨੰਬਰ ਆ ਸਕਰੀਨ ਤੇ right away at present ਆ ਰਿਹਾ ਹੈ। and there are many other ways ਤੁਸੀਂ ਆਪਣਾ ਇੱਕ ਸਟੈਪ ਲਓ, and then technology has made it easier to give you receipts right where you're sitting. You need not to move or open the door for that. Suman ji, can I add something on this? ਸੋਹਣੇ ਤਰੀਕੇ ਨਾਲ ਐਬਸੋਲੂਟਲੀ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਅੱਗੇ ਵਧਾਵਾਂਗੇ। ਬ੍ਰੇਕ ਦਾ ਸਮਾਂ ਹੋ ਚੱਲਿਆ ਹੈ ਔਰ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਰੂਬੀ ਵੀਰ ਜੀ we would continue. So ਕੋਰੋਨਾ ਵਾਇਰਸ ਕਾਰਨ ਲੋਕਾਂ ਤੇ ਪਈ ਭਾਰੀ ਮਾਰ, ਬੜੂ ਸਾਹਿਬ ਟਰਸਟ ਨੇ ਨਹੀਂ ਮੰਨੀ ਹਾਰ। ਡੋਨਰਸ ਦੇ ਸਹਿਯੋਗ ਨਾਲ ਪੜ੍ਹਾਈ ਰੱਖੀ ਬਰਕਰਾਰ। ਉਹਨਾਂ ਹੀ ਸਹਿਯੋਗੀਆਂ ਨਾਲ ਲਾਈਵ ਕਰਾਂਗੇ ਮੁਲਾਕਾਤ। ਸੋ ਵਾਚ ਸਪੈਸ਼ਲ ਪ੍ਰੋਗਰਾਮ live every Saturday 7 to 8 p.m. PT only on Channel Punjabi. ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਗੱਲ ਚੱਲ ਰਹੀ ਹੈ ਸਿਰਫ ਇਸ ਅਦਾਰੇ ਬਾਰੇ ਹੀ ਨਹੀਂ, ਬਲਕਿ ਇਸ ਅਦਾਰੇ ਨੇ ਕਿਸ ਤਰ੍ਹਾਂ ਕੰਟਰੀਬਿਊਟ ਕੀਤਾ ਹੈ ਲੋਕਾਂ ਦੇ ਪਰਿਵਾਰਾਂ ਨੂੰ, ਕਿਸ ਤਰ੍ਹਾਂ ਚੇਂਜ ਕੀਤਾ ਹੈ, ਬੱਚਿਆਂ ਨੂੰ ਕਿਸ ਤਰ੍ਹਾਂ ਸੇਧ ਦਿੱਤੀ ਹੈ ਸਹੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀਆਂ ਜਿਉਣ ਦੀ। ਔਰ ਨਾਲ ਦੇ ਨਾਲ ਜਿੱਥੇ ਅਸੀਂ ਗੱਲ ਕਰ ਰਹੇ ਸੀ ਕਿ ਟੈਕਨੋਲੋਜੀ ਦੇ ਇਸ ਯੁੱਗ ਦੇ ਵਿੱਚ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਐਟ ਦ ਪੇਸ ਰੱਖਿਆ ਹੋਇਆ ਇਸ ਸੰਸਥਾ ਨੇ। ਔਰ ਲੋਕ ਜਿਹੜੇ ਨੇ, ਜਿਨ੍ਹਾਂ ਵੀ ਲੋਕਾਂ ਦੇ ਮਨਾਂ ਦੇ ਵਿੱਚ, ਜਿਸ ਤਰ੍ਹਾਂ ਹਰਪ੍ਰੀਤ ਵੀਰ ਜੀ ਦੱਸ ਰਹੇ ਸੀਗੇ ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਵੀ ਜੇ ਮਨ ਕਰਦਾ ਹੈ ਕੁਝ ਡੋਨੇਟ ਕਰਨ ਦਾ ਜਾਂ ਕੰਟਰੀਬਿਊਟ ਕਰਨ ਦਾ, ਤਾਂ ਮੈਂ ਮੰਨਦੀ ਹਾਂ ਕਿ ਇਸ ਸੰਸਥਾ ਤੋਂ ਇਲਾਵਾ ਜਿਹੜੀ ਸੈਟਿਸਫੈਕਸ਼ਨ ਹੈ ਮਿਲਦੀ ਹੈ ਕਿ ਇੱਕ ਬੱਚੇ ਨੂੰ ਪੜ੍ਹਾਈ ਕਰਾ ਕੇ
ਇੱਕ ਬੱਚੇ ਨੂੰ ਪੂਰੇ ਸਾਲ ਵਾਸਤੇ ਤੁਸੀਂ ਟ੍ਰਾਇਲ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਟ੍ਰਾਇਲ ਕਰ ਸਕਦੇ ਹੋ ਇੱਕ ਬੱਚੇ ਨੂੰ ਪੜਾਉਣ ਦਾ, ਔਰ ਫਿਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦੀ ਜਿਹੜੀ ਕੰਟੈਂਟਮੈਂਟ ਔਰ ਸੈਟੀਸਫੈਕਸ਼ਨ ਜਿਹੜੀ ਹੈ ਉਹ ਮਿਲਦੀ ਹੈ ਇਸ ਕਾਰਜ ਕਰਨ ਦੇ ਨਾਲ। ਉਹ ਆਪਣੇ ਆਪ ਦੇ ਵਿੱਚ ਇੱਕ ਕਹਿੰਦੇ ਨੇ ਨਾ, ਹਿਊਮਨਸ ਨੂੰ ਇੱਕ ਉਹ ਐਫਰਮੇਸ਼ਨ ਚਾਹੀਦੀ ਹੁੰਦੀ ਹੈ ਕਿ ਅਸੀਂ ਕੁਝ ਚੰਗਾ ਕੰਮ ਕੀਤਾ, ਤੇ ਮੈਨੂੰ ਏਦਾਂ ਲੱਗਦਾ ਹੈ ਕਿ ਇਸ ਤੋਂ ਚੰਗਾ ਕੰਮ ਸ਼ਾਇਦ ਨਹੀਂ ਹੋ ਸਕਦਾ ਜਿਹਦੇ ਵਿੱਚ ਟਰਾਂਸਪੇਰੈਂਸੀ ਵੀ ਮੇਨਟੇਨਡ ਹੈ। ਬਿਕੋਜ਼ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਉਹ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ ਜਾਂ ਟਰਸਟ ਨੇ, ਉਹ ਪੈਸੇ ਤਾਂ ਕਲੈਕਟ ਕਰ ਰਹੇ ਨੇ ਜਾਂ ਡੋਨੇਸ਼ਨਸ ਤਾਂ ਲੈ ਰਹੇ ਨੇ, ਬਟ ਕੀ ਤੁਹਾਡਾ ਦਿੱਤਾ ਗਿਆ ਪੈਸਾ, ਤੁਹਾਡਾ ਕੱਢਿਆ ਹੋਇਆ ਦਸਵੰਧ ਕੀ ਸਹੀ ਜਗ੍ਹਾਵਾਂ ਤੇ ਲੱਗ ਵੀ ਰਿਹਾ ਕਿ ਨਹੀਂ, ਕੀ ਕਿਸੇ ਦੀ ਜ਼ਿੰਦਗੀ ਉਹਦੇ ਨਾਲ ਬਦਲ ਵੀ ਰਹੀ ਹੈ ਕਿ ਨਹੀਂ। we cannot talk about anybody else, but right now ਇਸ ਅਦਾਰੇ ਬਾਰੇ ਗੱਲ ਕਰ ਰਹੇ ਹਾਂ, ਔਰ ਇਹ ਮੈਂ ਤੁਹਾਨੂੰ ਦੱਸ ਸਕਦੀ ਹਾਂ, ਔਰ ਤਾਂ ਹੀ ਅਸੀਂ ਚੈਨਲ ਪੰਜਾਬੀ ਤੇ ਇਸ ਆਰਗੇਨਾਈਜੇਸ਼ਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ, ਕਿਉਂਕਿ ਅਸੀਂ ਬਿਲੀਵ ਕਰਦੇ ਹਾਂ ਕਿ whatever they are doing it right, and ਤੁਸੀਂ ਬੇਝਿਜਕ ਹੋ ਕੇ ਇਸ ਸੰਸਥਾ ਦੇ ਨਾਲ ਕਿਸੇ ਵੀ ਤਰੀਕੇ ਦਾ ਯੋਗਦਾਨ ਔਰ ਕੰਟਰੀਬਿਊਟ ਔਰ ਜੁੜ ਸਕਦੇ ਹੋ। ਸੋ ਰਵਿੰਦਰਪਾਲ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਐਡ ਔਨ ਕਰਨਾ ਚਾਹੁੰਦੇ ਸੀਗੇ ਹਰਪ੍ਰੀਤ ਜੀ ਦੀ ਗੱਲ ਤੋਂ ਕਿ ਜਿੰਨੇ ਵੀ ਵਿਊਅਰਸ ਸਾਨੂੰ ਦੇਖ ਰਹੇ ਨੇ, ਉਹ ਕਿਸੇ ਵੀ ਤਰੀਕੇ ਦੇ ਨਾਲ, ਟੈਕਨੋਲੋਜੀ ਇੰਨੀ ਫਾਸਟ ਹੋ ਗਈ ਹੈ, ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਕੰਟਰੀਬਿਊਟ ਕਰ ਸਕਦੇ ਨੇ। ਯੈਸ, ਵਾਟ ਡੂ ਯੂ ਹੈਵ ਟੂ ਐਡ? Yeah. Suman ji, I realized when ਮੈਂ ਵਿਚਰਿਆ Canadian society ਦੇ ਵਿੱਚ, that a high percentage of Canadians are using or addicted to Tim Hortons coffee every day. And I was thinking one day कि अगर मैं किसी ਨੂੰ ਕਵਾਂ, if I ask a counter question to somebody कि do you understand कि ਤੁਹਾਡੀ ਇੱਕ ਕਾਫੀ ਜਿਹੜੀ ਹੈ ਕਿਸੇ ਦੀ ਲਾਈਫ ਨੂੰ ਇੰਪੈਕਟ ਕਰ ਸਕਦੀ ਹੈ and it can change somebody's life, people won't believe me. But I see there's a possibility. If you only donate one coffee a day, that takes care of the entire annual education of a rural child. A rural child who may become Veerpal Kaur, who can become Husandeep Kaur, who can become a topper somewhere, who can go around and change the society. And this is what we are looking forward to. Just a coffee a day can make an impact and change a child's life. This is where we give you an opportunity. We give you the details of the child ਜਿਹੜਾ ਤੁਸੀਂ ਸਪਾਂਸਰ ਕਰ ਰਹੇ ਹੋ, ਉਹਦੀ ਅਚੀਵਮੈਂਟਸ ਜਿਹੜੀਆਂ ਰੈਗੂਲਰਲੀ, ਜੋ ਵੀ ਉਹਦੀ ਪ੍ਰੋਗਰੈਸ ਹੈਗੀ ਹੈ, ਇਵੈਲੂਏਸ਼ਨ ਹੈਗੀ ਹੈ, ਅਸੀਂ ਉਸ ਸੰਗਤ ਨਾਲ ਸ਼ੇਅਰ ਕਰਦੇ ਹਾਂ, ਡੋਨਰ ਨਾਲ ਸ਼ੇਅਰ ਕਰਦੇ ਹਾਂ। ਦੇ ਆਲਸੋ ਗੈਟ ਐਨ ਓਪਰਚੁਨਿਟੀ ਟੂ ਮੀਟ ਦ ਚਾਈਲਡ whenever they want, whenever they are in India, they can come, they can meet the child and they can see for themselves ਕਿ ਉਹ ਬੱਚਾ ਜਿਹੜਾ ਹੈਗਾ, ਜਿਹੜਾ ਫੋਸਟਰ ਫਾਦਰ ਹੈ ਜਾਂ ਫੋਸਟਰ ਮਦਰ ਹੈ, ਉਹਨੂੰ ਜਿਹੜੀ ਸੈਟਿਸਫੈਕਸ਼ਨ ਮਿਲਦੀ ਹੈ, ਜੋ ਖੁਸ਼ੀ ਮਿਲਦੀ ਹੈਗੀ ਹੈ, ਉਹਦਾ ਕੋਈ ਬਿਆਨ ਨਹੀਂ ਕਰ ਸਕਦਾ। I have hundreds and hundreds of emails and examples where people are literally crying on emails when they get to see a video of the beneficiary saying thank you, or doing a poem for them, or writing an essay for them, or sending a thank you note or a card like this. People don't ever realize that a coffee a day, just a coffee a day, can make such an impact. It's such a small thing, yet the impact that it makes is big. That's what we said ਆਪਣੇ ਜਿੰਨੇ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਉਸ ਦੇ ਵਿੱਚ ਅਸੀਂ ਇਹ ਜ਼ਰੂਰ ਦੱਸ ਰਹੇ ਹਾਂ ਕਿ ਲੋਕਾਂ ਨੂੰ ਅਵੇਅਰਨੈਸ ਤਾਂ ਹੈ, ਬਟ ਇਸ ਪ੍ਰੋਗਰਾਮ ਨੂੰ ਕਰਨ ਦਾ ਮਕਸਦ ਵੀ ਇਹ ਹੈ ਤਾਂ ਕਿ ਅਸੀਂ ਵੱਧ ਤੋਂ ਵੱਧ ਅਵੇਅਰਨੈਸ ਜਿਹੜੀ ਹੈ ਉਹ ਕ੍ਰੀਏਟ ਕਰ ਸਕੀਏ, ਔਰ ਜਿਹੜੇ ਵੀ ਕੋਈ ਕੁਐਸਚਨਸ ਨੇ ਲੋਕਾਂ ਦੇ ਮਨਾਂ ਦੇ ਵਿੱਚ, ਉਹ ਅਸੀਂ ਜਿਹੜੇ ਹੈ ਉਹ ਰਿਮੂਵ ਕਰ ਸਕੀਏ, ਉਹਨਾਂ ਨੂੰ ਆਨਸਰ ਕਰ ਸਕੀਏ। ਇਹ ਨਹੀਂ ਕਿ ਬੜੂ ਸਾਹਿਬ ਜਾਂ ਕਲਗੀਧਰ ਟਰਸਟ ਅਦਾਰੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ ਜਾਂ ਸਾਡੀ ਕੌਮ ਨੂੰ ਨਾ ਪਤਾ ਹੋਵੇ, ਬਟ ਐਕਚੁਅਲੀ ਦੇ ਵਿੱਚ ਕੀ ਕਾਰਜ ਹੋ ਰਹੇ ਨੇ, ਕਿਸ ਤਰ੍ਹਾਂ ਦੇ ਕਾਰਜ ਹੋ ਰਹੇ ਨੇ, ਕੀ ਹੋ ਰਿਹਾ ਹੈ, ਇਹ ਦੱਸਣਾ ਬਹੁਤ ਜ਼ਰੂਰੀ ਹੈ। ਔਰ ਇਸੇ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ, ਯਾਨੀ ਕਿ ਆਪਣੇ ਵਿਊਅਰਸ ਤੱਕ ਲੈ ਕੇ ਆਏ ਹਾਂ। ਸੋ ਜਿੱਥੇ ਅਸੀਂ ਗੱਲ ਕੀਤੀ, ਭਾਵੇਂ ਤੁਸੀਂ ਗੱਲ ਕੀਤੀ ਐਜੂਕੇਸ਼ਨ ਦੀ, ਚਾਹੇ ਅਸੀਂ ਅਕਾਲ ਯੂਨੀਵਰਸਿਟੀ ਦੀ ਐਜੂਕੇਸ਼ਨ ਦੇ ਟੌਪਰਸ ਦੀ ਗੱਲ ਕੀਤੀ, ਜਾਂ ਫਿਰ ਅਸੀਂ ਗੱਲ ਕੀਤੀ ਕਿ ਜਿਹੜੀ ਕੋਚਿੰਗ ਕਲਾਸਿਸ ਬੱਚਿਆਂ ਨੂੰ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਦੀ ਕੀਤੀ ਜਾ ਰਹੀ ਹੈ, ਉਹਦੇ ਬਾਰੇ ਗੱਲ ਕੀਤੀ। ਇੱਕ ਮੈਂਸ਼ਨ ਹੈਗਾ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਬਾਰੇ। ਹੁਣ ਇਸ ਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਵਿੱਚ ਕੀ ਹੋ ਰਿਹਾ। ਅਸੀਂ ਇੰਨਾ ਕੁਝ ਸੁਣਦੇ ਆ, ਆਫਟਰ ਆਲ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਕਰਾਈ ਜਾ ਰਹੀ ਹੈ ਜਾਂ ਉਹਦੇ ਬਾਰੇ ਐਜੂਕੇਟ ਕੀਤਾ ਜਾ ਰਿਹਾ, ਵਾਟ ਇਜ਼ ਹੈਪਨਿੰਗ, ਤੇ ਬੱਚੇ ਕੀ ਵਾਕਈ ਪੜ੍ਹ ਰਹੇ ਨੇ, ਤੇ ਕੌਣ ਪੜ੍ਹ ਰਿਹਾ ਹੈ, ਤੇ ਕਿਸ ਤਰ੍ਹਾਂ ਹੋ ਰਿਹਾ ਹੈ। ਸੁਮਨ ਜੀ, that's a very good question, because ਸਾਡੇ ਪ੍ਰੋਮਿਸ ਸੀ ਸੰਗਤ ਨੂੰ ਕਿ
ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਦਾ ਪ੍ਰਾਈਮ ਫੋਕਸ ਜਿਹੜਾ ਹੈ ਆਉਣ ਵਾਲੇ ਸਮਾਂ ਦੇ ਵਿੱਚ ਆਫਟਰ ਦ ਫਰਸਟ ਡਿਕੇਡ ਔਰ ਸੋ ਇਟ ਵਿਲ ਬੀ ਫੋਕਸਡ ਔਨ ਟਰਾਂਸਲੇਟਿੰਗ ਦ ਗੁਰੂ ਗ੍ਰੰਥ ਸਾਹਿਬ ਇਨ ਵੇਰੀਅਸ ਲੈਂਗੁਏਜਸ ਔਰ ਪ੍ਰਚਾਰਕ ਤਿਆਰ ਕਰਨੇ ਜਿਹੜੇ ਕਿ ਜਾ ਕੇ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਭਾਸ਼ਾਵਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਸਕਣ ਐਂਡ ਏਲੀਅਨ ਲੈਂਗੁਏਜਸ ਵੀ ਸਿੱਖ ਕੇ ਉਹਨਾਂ ਨੂੰ ਉਹ ਟਰਾਂਸਲੇਸ਼ਨ ਆਉਂਦੀ ਹੋਵੇ। ਯੂ ਵਿਲ ਬੀ ਵੈਰੀ ਗਲੈਡ ਟੂ ਜੀ ਨੋ कि Akal University Guru Ki Kashi is probably the only university in the world which is UGC and NAAC accredited, which is a certifying body in India for universities, which is offering free BA degree in Guru Granth Sahib studies. ਜਿਹੜੇ ਅਸੀਂ ਅੱਜ ਗੱਲ ਕਰਦੇ ਹਾਂ ਕਿ ਬਈ ਸਾਰੀ ਅਗਰ ਆਮ ਚਰਚਾ ਦੇਖੋਗੇ ਤੁਸੀਂ ਹਮੇਸ਼ਾ ਸੁਣੋਗੇ ਕਿ ਸੰਗਤ ਦੇ ਵਿੱਚ ਪੀਪਲ ਕੀਪ ਔਨ ਡਿਸਕਸਿੰਗ ਜਿਹੜੇ ਸਾਡੇ ਗ੍ਰੰਥੀ ਸਿੰਘ ਨੇ ਜਿਹੜੇ ਸਾਡੇ ਭਾਈ ਨੇ ਸੇਵਾਦਾਰ ਨੇ ਗੁਰਦੁਆਰਿਆਂ ਦੇ they are always the ones we feel discriminated and they're always in the lowly class ਕਦੋਂ ਉਹਨਾਂ ਦੀ ਐਜੂਕੇਸ਼ਨ ਦਾ ਲੈਵਲ ਅਸੀਂ ਉੱਠਦੇ ਹੋਏ ਨਹੀਂ ਦੇਖਿਆ। ਉਹਨਾਂ ਦੇ ਹੀ ਬੱਚਿਆਂ ਨੂੰ ਲੈ ਕੇ free BA it's a bachelor course in Guru Granth Sahib studies ਅਸੀਂ ਕਰਵਾ ਰਹੇ ਹਾਂ and the results are amazing. We are very happy. Already 8 languages ਦੇ ਵਿੱਚ transliteration of Guru Granth Sahib ਹੋ ਗਈ ਹੈ 8 different languages including Spanish and German ਉਹ ਕਿਹੜੀਆਂ ਲੈਂਗੁਏਜਸ ਨੇ including ਇਫ ਯੂ ਡੋਨਟ ਮਾਈਂਡ ਮੀ ਆਸਕਿੰਗ? we have done in Tamil, in Odia, in Bengali, German, Spanish and French is right now continuing, Marathi ਓਕੇ ਇਸ ਤਰ੍ਹਾਂ 8 ਲੈਂਗੁਏਜਸ ਦੇ ਵਿੱਚ ਟਰਾਂਸਲਿਟਰੇਸ਼ਨ ਹੋਈ ਹੈ। there is a reason behind this because Baba Ji believes कि Guru Granth Sahib Maharaj the translation is not a child's job. It's not an easy job. It's something which Guru Sahib ਚਲੋ himself can get it done. ਬਹੁਤ ਔਖਾ ਹੈਗਾ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਇਹ ਬੱਚਿਆਂ ਦੇ ਜਿਹੜੇ ਪ੍ਰੈਕਟੀਕਲ ਐਕਸਪੀਰੀਅੰਸਸ ਹੁੰਦੇ ਨੇ ਉਹ ਕੀ ਕਰਦੇ ਨੇ they are supposed to go in the nearby villages and hold Amrit Sanchar camps. First they go, they start interacting with the villagers, ਉਹਨਾਂ ਨੂੰ ਪ੍ਰੋਤਸਾਹਿਤ ਕਰਦੇ ਨੇ, ਮੋਟੀਵੇਟ ਕਰਦੇ ਨੇ, ਇਨਸਪਾਇਰ ਕਰਦੇ ਨੇ ਔਰ ਉਹਨਾਂ ਨੂੰ ਗੁਰੂ ਵਾਲਾ ਬਣਾਉਂਦੇ ਨੇ। ਇਹ ਉਹਨਾਂ ਦੀ ਜਿਹੜੀ ਅਸੀਂ ਕਹਿੰਦੇ ਆ ਇੰਟਰਨਸ਼ਿਪ ਕਹਿ ਲਈਏ ਜਾਂ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਹੁੰਦੀ ਹੈ ਇਟਸ ਅ ਪਾਰਟ ਆਫ ਦੈਟ ਕਰਿਕੂਲਮ which is an amazing thing because up till now 142 villages around Akal University ਇਹਦੇ ਵਿੱਚ ਇਹ ਇੰਪੈਕਟ ਹੋ ਚੁੱਕਿਆ ਹੈਗਾ ਕਿ ਅੰਮ੍ਰਿਤ ਸੰਚਾਰ ਇਹ ਬੱਚਿਆਂ ਨੇ ਪ੍ਰੈਕਟੀਕਲ ਟ੍ਰੇਨਿੰਗ ਦੇ ਮੈਂ I like to add here something which is very disturbing, embarrassing, yet needs to be discussed. Amongst the border areas of Punjab, sadly बहुत सारी conversion हो रही है। You can easily see I love Jesus the boards on people's homes and their doorsteps. ਤੇ ਇਸ ਕਨਵਰਜਨ ਨੂੰ ਕਾਊਂਟਰ ਕਰਨ ਵਾਸਤੇ ਬਾਬਾ ਜੀ ਦਾ ਐਸੀ ਵੀ ਅਸੀਂ ਜਿਹੜੇ ਪ੍ਰਚਾਰਕ ਅਕਾਲ ਯੂਨੀਵਰਸਿਟੀ ਦੇ ਤਿਆਰ ਕਰਾਂਗੇ ਆਪਣੇ ਬੱਚੇ ਤਿਆਰ ਕਰਾਂਗੇ ਇਹਨਾਂ ਨੂੰ ਹੀ ਅਸੀਂ ਜੌਬਸ ਦੇ ਕੇ ਅਸੀਂ ਪ੍ਰਚਾਰਕ ਬਣਾ ਕੇ ਤੇ ਇਹਨਾਂ ਪਿੰਡਾਂ ਦੇ ਵਿੱਚ ਲਾਵਾਂਗੇ ਸੋ ਦੈਟ ਦੇ ਬਿਕਮ ਅ ਹੈਲਪਿੰਗ ਹੈਂਡ ਐਂਡ ਸਪੋਰਟ ਜੋ ਉਹਨਾਂ ਦੀ ਇਗਨੋਰੈਂਸ ਰਹਿ ਗਈ ਹੈ ਪਿੰਡਾਂ ਦੇ ਜਿਹੜੇ ਬਾਰਡਰ ਏਰੀਆਜ਼ ਦੀ ਸੰਗਤ ਹੈਗੀ ਹੈ ਉਹ ਇਗਨੋਰੈਂਸ ਨੂੰ ਡਿਸਪੈਲ ਕਰੀਏ ਕਿਸੇ ਵੀ ਤਰੀਕੇ ਨਾਲ ਤੇ ਉਹਨਾਂ ਨੂੰ ਜੋੜੇ ਰੱਖੀਏ। ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈਗੀ ਹੈ ਆਉਣ ਵਾਲੇ ਸਮਾਂ ਦੇ ਵਿੱਚ। ਅੱਜ ਸਾਨੂੰ ਇਹ ਵਿਜ਼ੀਬਲ ਨਹੀਂ ਹੈ ਬਟ ਆਉਣ ਵਾਲੇ ਸਮਾਂ ਦੇ ਵਿੱਚ it might become a big problem for us because we see lot of people ਬਿਲਕੁਲ ਇੱਥੇ converting ਤੁਸੀਂ ਇੱਕ into ਬਹੁਤ ਜੀ ਤੁਸੀਂ ਇਹ ਗੱਲ ਕਰਕੇ ਨਾ ਇੱਕ ਵੱਡਾ ਚਰਚਾ ਦਾ ਜਿਹੜਾ ਵਿਸ਼ਾ ਹੈ ਉਹ ਛੇੜ ਦਿੱਤਾ ਹੈ ਕਿ ਜਿਹੜੇ ਜਿਹੜੀ ਆਪਾਂ ਸਿੱਖੀ ਦੀ ਗੱਲ ਕਰਦੇ ਹਾਂ ਜਾਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੱਲਣ ਦੀ ਗੱਲ ਕਰਦੇ ਹਾਂ ਕੀ ਹਾਲਾਤ ਨੇ ਅੱਜ ਉਸ ਕੌਮ ਦੇ ਇਸ ਦੇ ਬਾਰੇ ਜਿਹੜਾ ਡੀਪ ਐਨਾਲਾਈਜ਼ ਕਰਨ ਦੀ ਲੋੜ ਹੈ। ਔਰ ਜੇ ਗੁਰੂ ਗ੍ਰੰਥ ਸਾਹਿਬ ਦੀ ਸਟੱਡੀਜ਼ ਜਿਹੜੀਆਂ ਤੁਸੀਂ ਕਿਹਾ ਕਿ ਟ੍ਰਾਂਸਲਿਟਰੇਸ਼ਨ ਹੋ ਰਹੀ ਹੈ ਬਹੁਤ different languages ਦੇ ਵਿੱਚ ਤਾਂ ਕਿ ਪ੍ਰਚਾਰਕ ਜਿਹੜੇ ਨੇ ਜਿਹੜੀ ਵੀ ਜ਼ੁਬਾਨ ਦੇ ਵਿੱਚ ਉਹ ਪੜ੍ਹਨਾ ਚਾਹਣ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਸਕਦੇ ਨੇ। ਸੋ ਐਟਲੀਸਟ ਉਹਨਾਂ ਵਾਸਤੇ ਇਹ ਪਾਰਟ ਤੋਂ ਈਜ਼ੀ ਹੋ ਸਕਦਾ ਹੈ ਕਿ ਜੇ ਕੋਈ ਜਰਮਨੀ ਬੋਲਦਾ ਹੈ ਔਰ ਉਸਨੂੰ ਪੰਜਾਬੀ ਨਾ ਵੀ ਆਵੇ ਜਾਂ ਗੁਰਮੁਖੀ ਨਾ ਵੀ ਆਵੇ ਤਾਂ ਉਹ ਐਟਲੀਸਟ ਜਰਮਨੀ ਦੇ ਵਿੱਚ ਜਰਮਨ ਲੈਂਗੁਏਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਦਾ ਹੈ। ਸੋ ਆਪਣੇ ਆਪ ਦੇ ਵਿੱਚ ਇਨਕ੍ਰੈਡੀਬਲ ਗੱਲ ਹੈ। ਹਰਪ੍ਰੀਤ ਜੀ ਜਦੋਂ ਤੁਸੀਂ ਇਸ ਚੀਜ਼ ਬਾਰੇ ਦੇਖਦੇ ਹੋ ਜਾਂ ਸੋਚਦੇ ਹੋ ਕਿ ਜਿਹੜੀ ਰੂਬੀ ਵੀਰ ਜੀ ਨੇ ਗੱਲ ਕੀਤੀ ਕਨਵਰਜਨਸ ਬਾਰੇ ਕਿ ਬਹੁਤ ਸਾਰੀਆਂ ਕਨਵਰਜਨਸ ਜਿਹੜੀਆਂ ਨੇ ਪੰਜਾਬ ਦੇ ਬਾਰਡਰਸ ਦੇ ਉੱਤੇ ਹੋ ਰਹੀਆਂ ਨੇ ਯਾਨੀ ਕਿ ਸਿੱਖ ਧਰਮ ਤੋਂ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ ਔਰ ਉਹਨਾਂ ਨੂੰ ਲਾਲਚ ਦਿੱਤੀ ਜਾ ਰਹੀ ਹੈ ਕਿ ਉਹ ਕਿਸੇ ਹੋਰ ਧਰਮ ਦੇ ਵਿੱਚ ਕਨਵਰਟ ਹੋ ਜਾਣ
ਸੋ ਜਦੋਂ ਇਸ ਤਰ੍ਹਾਂ ਦਾ ਉਪਰਾਲਾ ਇਹੋ ਜਿਹੀ ਸੰਸਥਾ ਕਰ ਰਹੀ ਹੈ, ਕੀ ਤੁਸੀਂ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੇਖਦੇ ਹੋ, ਔਰ ਕੀ ਦੇਖਦੇ ਹੋ ਤੁਸੀਂ ਸਿੱਖ ਕੌਮ ਦਾ ਜਿਹੜਾ ਅਗਲਾ ਮਾਰਗਦਰਸ਼ਨ ਕੌਣ ਦਿਖਾ ਰਿਹਾ ਔਰ ਕਿਸ ਤਰ੍ਹਾਂ ਹੋ ਰਿਹਾ ਹੈ? ਸਾਨੂੰ ਫਰੋਮ ਕੈਨੇਡਾਸ ਪਰਸਪੈਕਟਿਵ ਦੱਸੋ। ਜੀ ਕੈਨੇਡਾ ਵਿੱਚ ਵੀ ਕਾਰਸ ਦੀਆਂ ਰੇਅਰ ਵਿੰਡਸ਼ੀਲਡ ਸੇ ਵੀ ਲਵ ਜੀਸਸ ਐਂਡ ਪੰਜਾਬੀ ਫੈਮਿਲੀ ਚਲਾ ਰਹੀ ਹੈ, ਇਟਸ ਸੀਨ ਆਊਟ ਹੇਅਰ ਐਜ਼ ਵੈਲ ਐਂਡ ਉਹਦਾ ਮੇਨ ਕਾਰਨ ਇਹ ਹੈ ਜੀ ਕਿ ਜੋ ਮੈਨੂੰ ਸਮਝ ਆਉਂਦੀ ਹੈ ਕਿ ਪੀਪਲ ਆਰ ਲੁਕਿੰਗ ਫॉर ਆਨਸਰਸ, ਜਿਹੜੇ ਕਿ ਅਗੇਨ ਫੰਡਡ ਐਸੋਸੀਏਟਸ ਜਿਹੜੇ ਕੰਮ ਕਰ ਰਹੇ ਆ ਕ੍ਰਿਸਚਨ ਆਰਗੇਨਾਈਜੇਸ਼ਨ ਲਈ, ਉਹ ਉਹਨਾਂ ਵੱਲੋਂ ਉਹਨਾਂ ਨੂੰ ਜ਼ਿਆਦਾ open arms ਨਾਲ welcome ਹੁੰਦਾ ਹੈ. So they are actually very fragile to make a decision ਕਿ ਸਾਨੂੰ help out ਕੌਣ ਕਿਹੜੇ ਸਮੇਂ ਕਰਦਾ ਹੈ, and ਉਹਦੇ ਵਿੱਚ again knowing ਕਿ ਆਪਣੀਆਂ ਸਿੱਖੀ ਇੱਕ ਇੰਪ੍ਰੈਸ਼ਨ ਗੁਰਦੁਆਰਾਸ ਦਾ ਉਹਨਾਂ ਕਨਸੀਵਿੰਗ ਨਹੀਂ ਹੁੰਦਾ ਉਹਨਾਂ ਦੇ ਲਈ, ਜਿੰਨਾ ਕਿ ਇੱਕ ਕਾਉਂਸਲਿੰਗ ਵੇ ਦੇ ਨਾਲ ਇੱਥੇ ਦੇ ਉਹਨਾਂ ਦੇ ਰੈਪਸ ਬੈਠ ਕੇ ਕ੍ਰਿਸਚਨ ਆਰਗੇਨਾਈਜੇਸ਼ਨ ਦੇ ਕਰਕੇ ਉਹਨਾਂ ਨੂੰ ਇੱਕ ਮਹਿਸੂਸ ਕਰਾਉਂਦੇ ਹੈ ਕਿ ਦਿਸ ਇਜ਼ ਮੋਰ ਕੰਫਰਟੇਬਲ ਐਂਡ ਈਜ਼ੀਅਰ path for them to find God or the connection they've always been seeking. ਕਿ ਅਸੀਂ ਕਿਸ ਤਰ੍ਹਾਂ ਆਪਣੇ ਕੁਐਸਚਨ ਦੇ ਆਨਸਰਸ ਲਈਏ. I guess they have accomplished a better way by counseling and by open arms to welcome and openly ਉਹਨਾਂ ਨੂੰ listen ਕਰਕੇ ਉਹਨਾਂ ਦੇ answers ਦੇਣੇ. So that have played a role, and ਇੱਥੇ ਉਹਦਾ impact ਵੀ ਹੈਗਾ ਜੀ ਕਿ ਪੰਜਾਬੀ families are converting to Christianity. ਜੀ ਸੋ ਆਈ ਥਿੰਕ ਇਟਸ ਅ ਮੈਟਰ ਆਫ ਕੰਸਰਨ, ਔਰ ਜਿੱਥੇ BA ਆਫ ਗੁਰੂ ਗ੍ਰੰਥ ਸਾਹਿਬ ਜੀ, BA ਡਿਗਰੀ ਆਫ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਸ ਅਦਾਰੇ ਵੱਲੋਂ, ਆਈ ਥਿੰਕ ਇਹ ਇੱਕ ਤਰੀਕੇ ਦਾ ਛੋਟਾ ਜਵਾਬ ਹੈ, ਇਟਸ ਫ੍ਰੀ, ਇੱਕ ਛੋਟਾ ਸੋਲਿਊਸ਼ਨ ਹੈ ਜਿਹੜਾ ਕਿ ਡੈਫੀਨੇਟਲੀ ਹੈਲਪ ਕਰ ਸਕਦਾ, ਬਿਕੋਜ਼ ਜੇ ਆਪਾਂ ਡੀਪਰ ਡਿਗ ਕਰੀਏ ਤਾਂ ਜਿਹੜੀਆਂ ਬਹੁਤ ਸਾਰੀਆਂ ਇਸ਼ੂਜ਼ ਨੇ ਜਿਹੜਾ ਕਿ ਇਸ ਦਾ ਰਿਜ਼ਲਟ ਬਣ ਰਹੀਆਂ ਨੇ, ਸੋ ਉਹਦੇ ਬਾਰੇ ਆਪਾਂ ਜਦੋਂ ਟਾਈਮ ਹੋਏਗਾ ਆਉਣ ਵਾਲੇ ਐਪੀਸੋਡਸ ਦੇ ਵਿੱਚ ਜ਼ਰੂਰ ਚਰਚਾ ਕਰਾਂਗੇ, ਜਦੋਂ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਬਾਰੇ ਗੱਲ ਕਰਾਂਗੇ ਇਨ ਪਾਰਟਿਕੂਲਰ। ਬਟ ਇੱਥੇ ਰੈਫਰੈਂਸ ਦੇਣਾ ਬਹੁਤ ਜ਼ਰੂਰੀ ਹੈ ਕਿ ਅੱਜ ਸਾਡੀ ਕੌਮ ਨੂੰ ਇਹ ਵੀ ਲੋੜ ਹੈ, ਅੱਜ ਇੰਨੀ ਕੁ ਲੋੜ ਹੈ ਕਿ ਜਿਹੜੇ ਭਾਵੇਂ ਉਹ ਗ੍ਰੰਥੀ ਸਿੰਘਾਂ ਨੂੰ ਆਪ ਜਾਂ ਗ੍ਰੰਥੀ ਸਿੰਘਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੜ੍ਹਾਈ ਕਰਾ ਕੇ ਐਬਸੋਲੂਟਲੀ ਫ੍ਰੀ ਜਿਹੜੀ ਹੈ ਉਹ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ। ਕੌਣ ਸੋਚ ਰਿਹਾ ਹੈ, ਮੈਨੂੰ ਇਹ ਦੱਸੋ ਕਿ ਕਿਹੜਾ ਅਦਾਰਾ ਅੱਜ ਐਸੇ ਕਾਰਜ ਬਾਰੇ ਸੋਚ ਰਿਹਾ ਹੈ ਕਿ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਐਜੂਕੇਸ਼ਨ ਵੀ ਪ੍ਰੋਵਾਈਡ ਕਰ ਦਈਏ। ਮੈਂ ਸਮਝਦੀ ਹਾਂ ਕਿ ਆਪਣੇ ਆਪ ਦੇ ਵਿੱਚ ਇੱਕ ਫਿਊਚਰਿਸਟਿਕ ਕੰਮ ਹੈ। ਸੋ ਮੇਰੇ ਖਿਆਲ ਦੇ ਨਾਲ ਆਈ ਥਿੰਕ ਦੇਰ ਆਰ ਅ ਲੋਟ ਆਫ ਥਿੰਗਸ ਦੈਟ ਵੀ ਕੈਨ ਡਿਸਕਸ, ਔਰ ਬਹੁਤ ਸਾਰੇ ਕਾਰਜ ਨੇ ਜਿਹੜੇ ਉਹ ਇਸ ਅਦਾਰੇ ਬਾਰੇ ਅਸੀਂ ਕਰਦੇ ਜਾ ਸਕਦੇ ਹਾਂ। ਸੋ ਇਟਸ ਨਾਟ ਸਮਥਿੰਗ ਕਿ ਤੁਸੀਂ ਸਾਨੂੰ ਦੇਖਦੇ ਹੋ, ਹਰਪ੍ਰੀਤ ਵੀਰ ਜੀ ਨੂੰ ਦੇਖਦੇ ਹੋ ਜਾਂ ਮੁਕਤਾ ਭੈਣ ਜੀ ਨੂੰ ਦੇਖਦੇ ਹੋ ਜਾਂ ਰਵਿੰਦਰਪਾਲ ਸਿੰਘ ਕੋਹਲੀ ਜੀ ਨੂੰ ਦੇਖਦੇ ਹੋ ਸਕਰੀਨ ਦੇ ਉੱਤੇ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਰ ਵਾਰ ਤੁਹਾਨੂੰ ਸਿਰਫ ਇਹੀ ਕਹਿ ਰਹੇ ਹਾਂ ਵੀ ਸਾਨੂੰ ਡੋਨੇਸ਼ਨ ਦਿਓ। ਸਾਡਾ ਮਕਸਦ ਇਹ ਵੀ ਹੈ ਕਿ ਤੁਹਾਨੂੰ ਇਹਨਾਂ ਦੇ ਕਾਰਜਾਂ ਬਾਰੇ ਪਤਾ ਲੱਗੇ ਤੇ ਤੁਸੀਂ ਆਪ ਸੋਚੋ ਕਿ ਕਿੱਥੇ ਤੁਹਾਨੂੰ ਸਹੀ ਤਰੀਕੇ ਦਾ ਜਿਹੜਾ ਆਪਣਾ ਦਸਵੰਧ ਹੈ ਉਹ ਕੱਢਣਾ ਚਾਹੀਦਾ ਹੈ। ਦਿਸ ਇਜ਼ ਨਾਟ ਸਮਥਿੰਗ ਕਿ ਅਸੀਂ ਵੀ ਆਪਣਾ ਟਾਈਮ, ਆਪਣੀ એનર્ਜੀ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ, ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਤਾਂ ਕਿ ਤੁਸੀਂ ਵੀ ਇਹ ਸਾਡੇ ਨਾਲ ਜੁੜ ਸਕੋ। ਸਾਨੂੰ ਐਟਲੀਸਟ ਮੈਨੂੰ ਏਦਾਂ ਲੱਗਦਾ ਹੈ ਕਿ ਇੱਕ ਮੌਕਾ ਮਿਲਣਾ ਬਹੁਤ ਜ਼ਰੂਰੀ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ। ਸੋ ਹਰਪ੍ਰੀਤ ਵੀਰ ਜੀ, ਆਈ ਥਿੰਕ ਜਾਂਦੇ ਜਾਂਦੇ, ਬਿਕੋਜ਼ ਵੀ ਜਸਟ ਹੈਵ ਅ ਮਿੰਟ ਲੈਫਟ, ਜਾਂਦੇ ਜਾਂਦੇ ਜਿਹੜੀ ਵੀ ਕੈਨੇਡੀਅਨ ਸੰਗਤ ਹੈ ਤੁਸੀਂ ਜੋ ਉਹਨਾਂ ਨੂੰ ਅਪੀਲ ਕਰਨਾ ਚਾਹੋ, ਐਂਡ ਰਵਿੰਦਰਪਾਲ ਜੀ ਤੁਸੀਂ ਵੀ ਅਗਰ ਕੁਇਕਲੀ ਲਾਈਕ ਇਫ ਯੂ ਕੈਨ ਜਸਟ ਅਪੀਲ ਟੂ ਦ ਕੈਨੇਡੀਅਨ ਸੰਗਤ, ਅੱਜ ਬੰਦੀ ਛੋੜ ਦਿਵਸ ਹੈ, ਦੀਵਾਲੀ ਦਾ ਮੌਕਾ ਹੈ, ਸੋ ਜਾਂਦੇ ਜਾਂਦੇ ਕੁਝ ਲਾਸਟ ਫਿਊ ਵਰਡਸ। ਭੈਣ ਜੀ, ਓਨਲੀ ਥਿੰਗ ਇਜ਼ ਜੇ ਸੰਗਤ ਨੇ ਇਹ ਪ੍ਰੋਗਰਾਮ ਵਿੱਚੋਂ ਸ਼ੁਰੂ ਕੀਤਾ ਹੈ, ਇਹਨੂੰ ਕੰਪਲੀਟਲੀ ਫਰੋਮ ਬਿਗਨਿੰਗ ਟੂ ਐਂਡ ਸੁਣਨ, ਉਹਦੇ ਨਾਲ ਉਹ ਇੱਕ ਕੁਐਸਚਨ ਜਾਂ ਦਾਇਰੇ ਚੋਂ ਬਾਹਰ ਆ ਜਾਣਗੇ ਜੀ ਕਿ ਬਾਏ ਫਾਰ ਅਸੀਂ ਆਪਣਾ ਦਸਵੰਧ ਦਾ ਹਿੱਸਾ, ਸਾਰੀ ਦਸਵੰਧ ਨਹੀਂ ਵੀ ਤੇ ਇੱਕ ਬੱਚੇ ਨੂੰ ਹੀ ਸਪੋਰਟ ਕਰੀਏ। ਇਹੀ ਜਿਹੜੇ ਗ੍ਰੰਥੀ ਸਿੰਘਾਂ ਦੇ ਬੱਚੇ ਫ੍ਰੀ ਪੜ੍ਹ ਰਹੇ ਹੈ, ਆਈ ਹੈਵ ਅ ਲਿਸਟ ਆਫ ਦੈਮ, ਇਹਨਾਂ ਚੋਂ ਅਸੀਂ 2 ਬੱਚੇ, ਇੱਕ ਬੱਚੇ ਜਾਂ ਬੱਚਿਆਂ ਦੇ ਪਿਗੀ ਬੈਂਕ ਚੋਂ ਹੀ ਜੇ ਆਪਾਂ ਯੂਜ਼ ਕਰੀਏ ਤੇ ਉਹਨਾਂ ਨੂੰ ਸ਼ੋ ਕਰੀਏ ਕਿ ਦਿਸ ਈਅਰ ਯੂ ਹੈਵ ਐਜੂਕੇਟਡ ਦਿਸ ਕਿਡ who was underprivileged and ਇਹਦੀ accomplishment ਦਾ ਇਹ ਰਿਜ਼ਲਟ ਹੈ, ਰਿਪੋਰਟ ਕਾਰਡ ਆਇਆ। I guess ਇਸ ਤੋਂ ਜ਼ਿਆਦਾ ਸੈਟਿਸਫੈਕਸ਼ਨ once again ਜਦੋਂ ਇਹ ਚੀਜ਼ਾਂ ਬੱਚਿਆਂ ਨਾਲ ਇਸ ਤਰ੍ਹਾਂ ਸ਼ੇਅਰ ਕਰਦੇ ਆ, it impacts them for life and there's no better pathway
for them to spend their Daswant at the right place other than what we have already spoken about. So once again Absolutely. Thank you, ਛੋਟੀ ਜੀ Harpreet ਬੇਨਤੀ ਹੈ Gill ਜੀ ਕਿ ਬੱਚਿਆਂ ਦੇ ਲਈ ਬਹੁਤ ਈਜ਼ੀ ਹੈ ਇੱਕ ਬੱਚੇ ਨੂੰ ਸਪਾਂਸਰ ਕਰਨਾ ਸੰਗਤ ਲਈ ਈਜ਼ੀ ਹੈ ਜੀ ਤੇ ਕੰਟੈਕਟ ਕਰਕੇ I will be helpful to answer them all their questions. Thank you. ਜੀ ਰਵਿੰਦਰਪਾਲ ਜੀ ਜਾਂਦੇ ਜਾਂਦੇ ਤੁਸੀਂ ਕੁਝ ਲਾਸਟ ਲਾਈਕ 20 seconds we have. My request to Sangat is seeing is believing. Badu Sahib is not a dera. It's a structured institution. It's an educational institution that runs on the vision of Sant Atar Singh Ji Maharaj, Mustwane wale, Sant Teja Singh Ji, Harvard wale, Sant Baba Iqbal Singh Ji, ਅੱਜ 97 years young again ਨੇ ਉਹਨਾਂ ਦੀ ਜੋ ਵਿਜ਼ਨ ਹੈਗੀ ਹੈ ਇਹ it's a ਸੋਚ, it's a vision for the community, for the whole of Punjab, for the backward children, for the rural children. Please come forward, do support us in whatever manner you can, and this is the way you can do service to the society. ਸਾਰਿਆਂ ਨੂੰ ਬੰਦੀ ਛੋੜ ਦਿਵਸ ਦਾ Absolutely. ਬਹੁਤ ਬਹੁਤ ਮੁਬਾਰਕਾਂ. ਹੈਪੀ ਦੀਵਾਲੀ ਟੂ ਯੂ ਆਲ. ਜੀ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਤੇ ਹੈਪੀ ਦੀਵਾਲੀ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਦਿਨ ਇਸ ਕਾਰਜ ਨੂੰ ਜਿਹੜਾ ਹੈ ਉਹ ਇੱਕ ਲਾਈਟ ਦਵੋਗੇ, ਇੱਕ ਦੀਆ ਜਲਾਓਗੇ, ਆਪਣੇ ਦਸਵੰਧ ਚੋਂ ਜੋ ਵੀ ਤਰੀਕੇ ਦਾ ਸਪੋਰਟ ਕਰ ਸਕਦੇ ਹੋ ਤੁਸੀਂ ਇਸ ਸੰਸਥਾ ਦਾ ਕਰੋਗੇ। ਫਿਲਹਾਲ ਤੁਹਾਡੇ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਤੇ ਸ਼ੁਭਕਾਮਨਾਵਾਂ ਦੇ ਨਾਲ ਇਜਾਜ਼ਤ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।